अचल मूरत अनुभव प्रकाश हमें तो कह जय कोट हिंदर इंद्राण साहे साहण गणज त्रिपवन महीप सुर नर असुर नेत नेत बन तृण कहत त्वै सर्ब नाम कथै कवन कर्म नाम बरनत सुमत हे प्राणनाथ गोविंद कृपा निधान जगद गुरु हे संसार ताप हरण है करुणा में सब दुख हरो हे शरण जोग दयाल है दीनानाथ मया करो शरीर स्वस्थ क्षीण समय सिमरंत नानक राम दामोदर माधव हे जिता जियो पिंड सब तेरा तू अंतर जामी पुरख भगवान दसन दास कह जन नानक जिहा तू कराए तिहा हो करी वख्यान हमें दृष्ट शुभ कर हरै अग पाप सकल मल काम क्रोध अर लोभ मोह वश कर सब बल सदा सुख मन वसै दुख संसार खोए गुर नव निध दरिया जन्म हम कालख तो सकहु टल गुर सेविया अहनस सहज सुबाए दर्शन परस है गुरु का जन्म मरण दुख जाए
ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ। ਆਸਾ ਮਹੱਲਾ ਪਹਿਲਾ। ਵਾਰ ਸਲੋਕਾ ਨਾਲ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਟੁੰਡੇ ਅਸਰਾਜੈ ਕੀ ਧੁਨੀ। ਸਲੋਕ ਮਹੱਲਾ ਪਹਿਲਾ। ਬਲਹਾਰੀ ਗੁਰ ਆਪਣੇ, ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਬਲਹਾਰੀ ਗੁਰ ਆਪਣੇ, ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਤਖਤ ਚਬਰ ਛਤਰ ਦੇ ਮਾਲਕ, ਜਾਗਦੀ ਜੋਤ, ਕਿਰਪਾ ਦੇ ਸਾਗਰ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਪਰਮ ਕਿਰਪਾਲਤਾ ਸਦਕਾ ਆਪ ਜੀ ਸਤਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਗਰੀਬ ਨਵਾਜ, ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੇ ਪਵਿੱਤਰ ਤਖਤ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਜੀ ਨੂੰ ਦਰਸ਼ਨ ਦਿਦਾਰਿਆਂ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਪਵਿੱਤਰ ਸੰਗਤ ਦਾ ਲਾਭ ਲੈਂਦੇ ਹੋਏ ਆਪ ਜੀ ਤਖਤ ਸਾਹਿਬ ਜੀ ਦੀ ਚਰਨ ਧੂੜ ਨੂੰ ਪਰਸ ਰਹੇ ਹੋ। ਸਾਧ ਸੰਗਤ ਜੀ, ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਹੈ। ਸੰਖੇਪ ਜੀ ਵਿਚਾਰ ਸਰਵਣ ਕਰਕੇ ਉਪਰੰਤ ਆਪਾਂ ਲੜੀਵਾਰ ਕਥਾ ਨਾਲ ਜੁੜਨਾ ਕਰਾਂਗੇ। ਮੇਰੀ ਪੀਰੀ ਦੇ ਮਾਲਕ ਧਰਮਵੀਰ ਸਤਿਗੁਰੂ
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਜੀ ਨੇ ਇਸ ਪਵਿੱਤਰ ਤਖਤ ਦੀ ਸਿਰਜਣਾ ਕੀਤੀ। ਅੱਜ ਦੇ ਦਿਨ ਸਤਿਗੁਰੂ ਜੀ ਨੇ ਕੌਮ ਨੂੰ ਇਹ ਵਡਮੁੱਲੀ ਦਾਤ ਬਖਸ਼ਿਸ਼ ਕੀਤੀ, ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਤੋਂ ਉਪਰੰਤ ਸਿੱਖਾਂ ਦੇ ਮਨਾਂ ਅੰਦਰ ਸਹਿਮ ਬੈਠ ਚੁੱਕਾ ਸੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਹਕੂਮਤ ਨੇ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ। ਵਿਆਸਾ ਦੀਆਂ ਸਜ਼ਾਵਾਂ ਸੱਚੇ ਪਾਤਸ਼ਾਹ ਨੂੰ ਦਿੱਤੀਆਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 11 ਸਾਲ ਦੀ ਆਯੂ ਵਿੱਚ ਗੁਰਤਾ ਦੇ ਤਖਤ ਦੇ ਉੱਪਰ ਵਿਰਾਜਮਾਨ ਹੋਏ ਤਾਂ ਉਸ ਸਮੇਂ ਸੱਚੇ ਪਾਤਸ਼ਾਹ ਜੀ ਨੇ ਜੋ ਵੱਡਿਆਂ ਸਤਿਗੁਰਾਂ ਜੀ ਤੋਂ ਮਰਜ਼ਾਦਾ ਚਲੀ ਆ ਰਹੀ ਸੀ, ਮੰਜੀ ਸਾਹਿਬ, ਉਹ ਸੁੰਦਰ ਮਾਲਾ ਮਹਾਰਾਜ ਜੀ ਨੇ ਮੱਥਾ ਟੇਕਿਆ ਵੱਡਿਆਂ ਸਤਿਗੁਰਾਂ ਜੀ ਦੀ ਨਿਸ਼ਾਨੀਆਂ ਨੂੰ ਜਾਣ ਕਰਕੇ ਅਤੇ ਆਖਿਆ, ਬਾਬਾ ਬੁੱਢਾ ਸਾਹਿਬ ਜੀ, ਇਹ ਸਤਿਗੁਰਾਂ ਜੀ ਦੀਆਂ ਪਵਿੱਤਰ ਯਾਦਗਾਰਾਂ ਨੇ, ਇਹਨਾਂ ਨੂੰ ਤੋਸ਼ੇ ਖਾਨੇ ਵਿੱਚ ਜਮ੍ਹਾਂ ਕਰ ਦਿਓ। ਤਖਤ ਤੇ ਹੁਣ ਅਸੀਂ ਕੇਵਲ ਮਾਲਾ ਲੈ ਕੇ ਨਹੀਂ, ਸ਼ਸਤਰ ਧਾਰਨ ਕਰਕੇ ਸਜਾਂਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੀਆਂ 2 ਸ੍ਰੀ ਸਾਹਿਬਾਂ ਸਤਿਗੁਰਾਂ ਜੀ ਨੇ ਧਾਰਨ ਕੀਤੀਆਂ। ਭਗਤੀ ਤੇ ਸ਼ਕਤੀ ਦਾ ਪ੍ਰਤੀਕ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਪੰਥ ਨੂੰ ਬਖਸ਼ਿਸ਼ ਕੀਤਾ। ਫਿਰ ਸਾਧ ਸੰਗਤ ਜੀ, ਇਹ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਕਿ ਕੌਮ ਕਦਾ ਵੀ ਕਿਸੇ ਦੀ ਗੁਲਾਮ ਨਾ ਰਹੇ, ਸੰਸਾਰੀ ਤਖਤਾਂ ਦੇ ਅਧੀਨ ਨਾ ਰਹੇ, ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਆਪ ਫੈਸਲਿਆਂ ਦਾ ਨਿਪਟਾਰਾ ਕਰਦੇ ਹੁੰਦੇ ਸੀ। ਮਹਾਰਾਜ ਦੀ ਪਵਿੱਤਰ ਯਾਦਗਾਰ ਗੁਰਦੁਆਰਾ ਅਦਾਲਤਸਰ ਸਾਹਿਬ ਕੀਰਤਪੁਰ ਸਾਹਿਬ ਜੀ ਦੇ ਅੰਦਰ, ਉਸ ਗੁਰਦੁਆਰੇ ਸਾਹਿਬ ਦੀ ਇਮਾਰਤ ਨੂੰ ਵੀ ਉਸੇ ਤਰ੍ਹਾਂ ਦਾ ਹੀ ਅੰਦਰੋਂ ਬਣਾਇਆ ਗਿਆ, ਜਿੱਥੇ ਮਹਾਰਾਜ ਕੋਲ ਫਰਿਆਦੀ ਆ ਕਰਕੇ ਆਪਣੀ ਫਰਿਆਦ ਕਰਦੇ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਿਆਦੀਆਂ ਦੀ ਫਰਿਆਦ ਸੁਣ ਕੇ ਉਹਨਾਂ ਦੇ ਦੁੱਖ ਦੂਰ ਕਰਦੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਸੰਕਲਪ ਕੀਤਾ, ਗਰੀਬ ਨਵਾਜ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸਤਿਗੁਰਾਂ ਜੀ ਨੇ ਇਸ ਪਾਵਨ ਤਖਤ ਦੀ ਸਿਰਜਣਾ ਕੀਤੀ। ਸਾਧ ਸੰਗਤ ਜੀ, ਜੇ ਆਪ ਗੌਰ ਨਾਲ ਵੇਖੋ ਨਾ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉਸ ਚਬੂਤਰੇ ਦੇ ਉੱਤੇ ਖਲੋਤਿਆਂ ਤੁਹਾਨੂੰ ਸਿੱਧਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਨਹੀਂ ਹੋਵੇਗਾ, ਕਿਉਂਕਿ ਸਤਿਗੁਰਾਂ ਜੀ ਨੇ ਭਗਤੀ ਦੇ ਅੱਗੇ ਸ਼ਕਤੀ ਨੂੰ ਝੁਕਿਆ ਹੋਇਆ ਵਿਖਾਇਆ ਹੈ। ਸ਼੍ਰੀ ਹਰਿਮੰਦਰ ਸਾਹਿਬ ਭਗਤੀ ਦਾ ਪ੍ਰਤੀਕ ਹੈ, ਸ਼੍ਰੀ ਅਕਾਲ ਤਖਤ ਸਾਹਿਬ ਸ਼ਕਤੀ ਦਾ ਪ੍ਰਤੀਕ ਹੈ, ਸ਼੍ਰੀ ਹਰਿਮੰਦਰ ਸਾਹਿਬ ਦੇਗ ਦਾ ਪ੍ਰਤੀਕ ਹੈ, ਸ਼੍ਰੀ ਅਕਾਲ ਤਖਤ ਸਾਹਿਬ ਤੇਗ ਦਾ ਪ੍ਰਤੀਕ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਕੌਮ ਨੂੰ ਆਜ਼ਾਦ ਹਸਤੀ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੀ। ਇਤਿਹਾਸ ਨੇ ਜ਼ਿਕਰ ਕੀਤਾ ਹੈ, ਜਦੋਂ ਹਜ਼ੂਰ ਨੇ ਇਸ ਪਾਵਨ ਤਖਤ ਨੂੰ ਸਿਰਜਿਆ ਏ, ਸਾਧ ਸੰਗਤ ਜੀ, ਉਸ ਸਮੇਂ ਸਤਿਗੁਰੂ ਜੀ ਆਪ ਇੱਟਾਂ ਰੱਖੀਆਂ ਗਰੀਬ ਨਵਾਜ ਜੀ ਨੇ। ਭਾਈ ਗੁਰਦਾਸ ਸਾਹਿਬ ਜੀ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਇਹਨਾਂ ਦੋਹਾਂ ਸਿੱਖਾਂ ਨੇ ਨਾਲ ਚੂਨਾ ਧਰਿਆ ਏ, ਇੱਟਾਂ ਫੜਾਈਆਂ ਨੇ। ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਹੋਰ ਕਿਸੇ ਭਾਈ ਤੀਜੇ ਸਿੱਖ ਨੇ ਵਿੱਚ ਹੱਥ ਨਹੀਂ ਲਾਇਆ। 2 ਸਿੱਖ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ
फिर सतगुਰਾਂ जी ने इस तखत की सिरजना करके साध संगत जी तखत तो केवल ये नहीं कि उच्चा थां सिरज दो तो उन्होंने आपां कह दईए कि तखत है, तखत की कोई मान मर्यादा हुंदी है, तखत का कोई सिद्धांत हुंदा है। सतगुरु जी ने उच्चा बंगा तखत सिरज के सच्चे पातशाह जी दे अज जिथे कमर कस्से दे शस्त्र सुभाएमान हुंदे आ ना साध संगत जी, इत्थे धर्मवीर सतगुरु जी वीर आसन ला के बैठिया करते सी। सच्चे पातशाह गरीब नवाज सतगुरां ने तखत सिरज करके दुनियावी तख्तां नूं चुनौती दिती। सच्चे पातशाह ने की चुनौती दिती? उस समय दे दिल्ली दे तखत का फरमान सी, कोई घोड़े नहीं चढ़ सकता, कोई कलगी नहीं ला सकता, सिर ते दस्तार नहीं बन सकता, ते धात दे बर्तनां विच कोई रोटी नहीं खा सकता। सच्चे पातशाह जी महाराज ने ये उन्हां दा फरमान सी, कोई शस्त्र नहीं धारण कर सकता। हुण भी तां जे किते तख्त तो शस्त्र विद्या का फरमान जारी हो जाता है तो सब दे ही मन मचन लग पैंदे आ। देखो दाड़ियां कट्टण वाले सानू सिੱਖੀ सिद्धांत दसणगे, चाहे वो मुख मंत्री ही क्यों ना बन गए होण, चाहे देश बादशाही ना क्यों बन गए होण, वो सानू दसणगे कि सिੱਖੀ की मर्यादा की है। सानू सिੱਖੀ की मर्यादा तो मीरी पीर दे मालक गुरु हरगोबिंद साहब ने दसी है। तो सतगुरां ने तखत सिरज के दुनियावी तख्तां दीयां सब जंजीरां तोड़ दित्तियां। सच्चे पातशाह ने हजूर ने कहा, मेरे सिख घोड़ियां दी सवारी करन, मेरे सिख दूरियां दस्तारां सजाउण। एक नहीं कहंदे बन्नण देनी, 2 दस्तारां सजाउणगे मेरे सिख। कहते शस्त्र नहीं धारण करन देने, महाराज कहते भाई जिन्ने कोई शस्त्र धारण कर सकता उन्ने करो। बाबा जी साहिब बाबा दीप सिंह साहब के शस्त्र श्री अकाल तख्त साहिब ते सुभाएमान ने। जदों सतगुरां जी दे शस्त्रां दे दर्शन उत्थे करवाए जाते हैं, जदों सारे शस्त्र संपूर्ण हुंदे आ, फिर साध संगत जी एक पूरा पीढ़ा शस्त्रां नाल भरिया होया ते वो सिंह साहब फिर आखदे आ कि भई हुण जिन्ने भी शस्त्र आउणगे बाबा जी साहिब बाबा दीप सिंह साहब जी दे आउणगे। 2.5 मण कच्चे दा कमर कस्सा सी बाबा दीप सिंह साहब जी दा। किन्ने तोड़ेदार पिस्तौल, शीश ते झुलदे होए 40 चक्कर, मत्थे तक झूलदा होया फरला, एक कौम की अणख ते गैरत नूं पेश करदा। साध संगत जी खालसे की तस्वीर है। किन्ने जिहड़े जंबूए ते किन्नियां कटारां बाबा जी साहब दे गात्रे दे वो शस्त्र ने सारे। ते ये सानू दसणगे भी किहो जिहा शस्त्र धारण करना चाहिए, क्योंकि अंग्रेज ने ना किरपानां भी खुंडियां करके पवा दित्तियां सी गलां दे अंदर, जिहड़ी अगों धार तिखी ना होवे। जिहड़ा शस्त्र ही नहीं वजों वरत्या जा सकता, फिर कला लोहा चकना बई। महाराज जी ने कहा कि शस्त्र की संभाल रोज़ जिमें इशनान सोधी दा ना, इवें शस्त्र की संभाल भी रोज़ करी दी। गुरु गोबिंद सिंह साहब जी महाराज ने एक बारी भरे दरबार विच कहा, खालसा जी आपो अपनियां श्री साहिबां विखाओ। ते साध संगत जी जदों वेखियां ना सतगुरां ने श्री साहिबां, जिस जिस दी श्री साहिब दा जिहड़ा सी वो सेवा होई सी, मांझी होई सी, महाराज जी ने कहा कि भाई ये मेरा सेवक है, जिहड़ा शस्त्र की सेवा करदा वो मेरी सेवा करदा। तो सतगुरां कहा भाई जिन्हां दे शस्त्र वेखो कईयां दे म्यानां चों बाहर ही नहीं आउंदे, कदे कढ के वेखी होवे तो फिर है जंगाल खा गया शस्त्र नूं। ते जदों कड्ढण लगे तो फिर हथौड़ी नाल खिच खिच के ठोक ठोक के कढे, उन्ने चिर नूं तां अगले ने पार बुला देना। शस्त्र तां वो जिहड़ा उसे समय कढ के वरत दिता, ते जे शस्त्र नूं जंगाल ही पिया है तो सिंह कादा वो तां दलिदरी है, जिहदा शस्त्र ही जंगाल खा गया। घर विच पए हुए शस्त्र ही जे जंगाल खा गए तो समझ लो भई सिੱਖੀ उत्थे है नहीं।
जिस घर दे अंदर गुटके साहिबां दे उत्ते पोथीआं साहिब दे उत्ते भी धूड़ मिट्टी पई, कोई रमाला साहिब नहीं पाउंदा, समझ लो उत्थे सिੱਖੀ है नहीं। क्योंकि गुरबाणी दे पोथीआं साहिब दी सेवा ही नहीं करते, शस्त्रां दी सेवा ही नहीं करते। ये सतगुरां जी ने सानू सिद्धांत बख्शिश कीते। गरीब नवाज सतगुरां जी ने ये सारियां ही गुलामी दीयां जंजीरां तोड़ दित्तियां। महाराज कहंदे मेरा सिख वो सरवलो दे बर्तनां च छकणगे। कहंदे सी तख्त नहीं बना सकदा कोई, गुरु हरगोबिंद साहब जी ने दिल्ली दे तख्त तो उच्चा तख्त बनाया। ते ये दुनियावी तख्तां वाले जिस तख्त दा माण करदे सी ना साध संगत जी, सरदार जस्सा सिंह जी आलूवालीए ने उस तख्त नूं संगल मार के दिल्ली दे तख्त नूं घड़ीस के अमृतसर साहब लिआंदा सी। ते अज भी जो बुंगा रामगढ़िया साहब है ना, उत्थे वो तख्त हरमंदर साहब वाल झुकाया होया सिंघां ने उत्थे अस्थित किया होया है कि दिल्ली दा तख्त जिहड़ा गुरु हरगोबिंद साहब दे तख्त नूं चुनौतियां दिंदा सी, असीं दिल्ली रहण ही नहीं दिता, लिया पुट के ही लैण दा उत्थों संगल मार के घड़ीस के अमृतसर साहब लिआए सी। ते जदों तुसीं हरमंदर साहब दर्शन करन जाओ, भावें साध संगत जी वेखण नूं तां पत्थर ही है, पर खालसे दी सूरमताई नूं दर्शाउंदा है कि कदे इत्थे दुनियावी हुक्मरान बैठ करके जलादां वाले हुक्म जारी करदे सी, रियाया दा लहू पींदे सी। खालसे ने धर्म दा राज स्थापित किया। श्री अकाल तख्त साहब दे अगे लिया करके दुनियावी तख्त नूं बन दिता से समय। अज भी उत्थे वो बज्झा होया तख्त दस रहा है कि श्री अकाल तख्त साहब जी की आज़ाद हस्ती है। किसी दुनियावी तख्तां दे थल्ले ये तख्त की जिहड़ी है ना मर्यादा वो नहीं आउंदी। साध संगत जी वक्ती तौर पर कई चीज़ां छिप जांदियां ने पर समाप्त नहीं हुंदियां, क्योंकि ये तख्त किसी मनुख नहीं सिरजिया। अकाल पुरख वाहिगुरू दे सरगुण रूप गुरु हरगोबिंद साहब सच्चे पातशाह ने इस तख्त की सिरजणा की है। गरीब नवाज सच्चे पातशाह जी ने जदों ये तख्त सिरजिया, दीवान सजाया, महाराज जी दे हजूर नत्था ते अब्दुल्ला दो ढाडी ये वारां गायन करदे। हजूर दे उस मस्तक की शोभा ढाडियां ने गाई। कहंदे महाराज जहांगीर दी पग की है तुहाडी दस्तार दे सामने, एडी सोहनी है झूल दी कलगी आप जी दी कि हिंदुस्तान दी बादशाहत शर्मशार हुंदी है। जदों महाराज दिल्ली गए सी ना, सतगुरु गुरु हरगोबिंद साहब जी सिखां समेत जदों जहांगीर दे बेनती करन तो किले विच आए, ते कविराज ने लिखिया कि हजूर जदों दिल्ली दे बाजार दे विच दी सिखां समेत लंघे सी तां वेख वेख के लोग उमड़ आए सी वेखण नूं कि ये किहड़े देश दे बादशाह ने। एडा सोहना तां कदे कोई बादशाह वेखिया ही नहीं, एडा प्रताप तां किसी बादशाह दा कदे वेखिया ही नहीं। ये जहांगीर दे कोल किहड़े देश दे बादशाह आए ने। जदों पुछदे ने उत्थों दे मुसलमान तां सिख दिल्ली दे बड़े माण नाल कहंदे आ गुरु नानक साहब दी गद्दी दे मालक हन। सिखां दे 6वें पातशाह गुरु हरगोबिंद साहब सच्चे पातशाह दी असवारी जा रही है। सिखां दा गुरु साहब दी वडियाई वेख के साध संगत जी माण नाल हिरदा फुੱਲ जांदा है। बड़ा सिखां नूं आनंद ते सुख मिलदा जदों सतगुरु जी दी वडियाई वेखदे है। गुरु हरगोबिंद साहब सच्चे पातशाह जी महाराज ने इस पवित्र तख्त की सिरजना करके कौम नूं दुनियावी तख्तां तो साध संगत जी आज़ाद कीता है। बशर्त है कि गुरु साहब की मर्यादा विच सिख होवे। ये नहीं कि अपनी मन मर्जी दीयां गल्लां करे, फिर तां दुनियावी तख्तां दे अधीन होना ही है। खालसा आज़ाद हस्ती है सच्चे पातशाह जी ने सिरजी हुई। शेरे पंजाब महाराजा रणजीत सिंह साहब जी का राज सी, पिछे महाराजे की बरसी लंघी है। तो साध संगत जी इसे ही अकाल तख्त साहब के सामने लाहौर का वह तख्त ही सी ना, महाराजे ने दिखाया कि भई ये दुनियावी तख्त गुरु हरगोबिंद साहब के तख्त के सामने कुछ भी नहीं है। कहा सी जदों महाराजे नूं हुक्मनामा साहब मिलिया ना,
ਤੇ महाराजे ने उसका बड़ा गौह ना किया। आख्या जदों जदों अकाली जी नूं मिलांगे बेनती कर लवांगे, पर कल्ले अकाली जी की गल नहीं। अकाली जी उस समय तखत के जथेदार हैं। दुनियावी जड़ियाँ साड़ियाँ रिश्तेदारियाँ जां दुनियावी जो संबंध ने वो एक अलहदा बात है, पर जदों साध संगत जी तखत तो फरमान जारी हुंदा उदों एक कानून के अधीन है। एक कानून किसी होर दा नहीं, गुरु हरगोबिंद साहब का बनाया होया कानून है। श्री अकाल तख्त साहब की आवाज़ नूं उत्थों दे हुक्मनामे साहब नूं अज भी कौम सीस झुकाउंदी है। जदों अकाली जी नूं पता लगा कि महाराजे ने फरमान दी हुक्म की परवाह नहीं की, ते अकाली बाबा फूला सिंह साहब ने तिस समय हुक्म जारी कर दिता कि जिन्ना चिर शेरे पंजाब महाराजा रणजीत सिंह साहिब सरकार खालसा श्री अकाल तख्त साहब के सामने फरियादी हो करके पेश नहीं हुंदे, उन्ना चिर महाराजे नूं कौम विचों छिकिया जांदा है। कोई भी गुरु नानक नाम लेवा सिख महाराजे नूं मूँह ना लावे। जदों शेरे पंजाब जी अपने दीवाने आम तो दीवान बरखास्त करके उठे, महाराजे की पालकी जा रही सी शाही किले वल नूं, ते लाहौर दे सिखां ने पिठ कर दी महाराजे नूं। जदों पिठ की, महाराजा साहब ने पालकी का पल्ला पासे करदियां होया जिहड़े कोल अंग रखियक सन उन्हां नूं पुछया की कारण है, अज रियाया सानू पिठ कर रही है, कोई साडा आदर नहीं कर रहा। देख लो बादशाह है कौम दा, पर रियाया ने मूँह नहीं लाया है। सिखां दे मन दे अंदर श्री अकाल तख्त साहब की की शरदा है। दस्या है अंग रखिया ने महाराज आपनू श्री अकाल तख्त साहब तो जथेदार जी ने शेक दिता है। अज तो तुसी सिख नहीं हो जिन्ना चिर श्री अकाल तख्त साहब के सामने पेश नहीं हुंदे। ये जथेदार जी का हुक्म है कि किसी भी सिख ने बादशाह नूं मूँह नहीं लाउणा। इस करके महाराजा साहिब आपनू लाहौर के सिखां ने पिठ दे दी है। महाराजा पालकी तो उतर गए, जोड़ा भी नहीं पाया, नंगे पैरी चल के शेरे पंजाब अमृतसर साहब आए। अकाली जी नूं पता लगा महाराजा पेश होने लई आया है, ते समय अकाली जी ने कहा बनो इनू इमली दे रुख नाल। श्री अकाल तख्त साहब दे सामने इमली का रुख है। साध संगत जी जदों जून 1984 का घल्लूकारा होया, उस समय ये रुख बहुत बुरी तरह नष्ट हो गया। जदों श्री अकाल तख्त साहब की सेवा श्रीमान संत बाबा ठाकुर सिंह जी महाराज उन्होंने करवाई, श्री अकाल तख्त साहब जी की सेवा के दौरान ते समय वो इमली का बूटा जिहड़े जंगलात महकमे के माहर सन उन्हां दी सलाह नाल उत्थे वो बूटा लाया गया। किसी ने पूछया पत्रकार ने जी इसे अमली दे बूटे का की हुण लाभ है, ना इहदी किसी छावें बहना है ते ना इनू कोई फल लगना है, ते जिहड़ा बड़ा बहुत लाभदायक भरपूर फल होवे ते इहदे लाउण दी इत्थे लोड़ की है हुण। ते फिर महापुरखा ने आख्या सी कि यह इमली का बूटा साडे इतिहास की निशानदेही करदा है कि इस श्री अकाल तख्त साहब ने दुनियावी तख्त नूं इस इमली के बूटे नाल बन दिता सी। श्री अकाल तख्त साहब जी की महानता वो इमली का बूटा दर्शाउंदा है कि दुनियावी तख्त इत्थे बन दिता सी। शेरे पंजाब जी की निमरता हथ जोड़े हुए जदों अकाली जी ने हुक्म जारी किया कि महाराजे नूं कोटड़ियां की सज़ा लाई जावे, ते ज्ञानी संत सिंह जी हैड ग्रंथी सचखंड श्री हरमंदर साहिब कोल खलोते ने। महाराजे ने हथ जोड़ के आख्या खालसा जी मेरे शरीर के उत्ते कोटड़े ला के मेरे विचों इत्थे ही वकार कढ़ दिओ, जिहड़ी सज़ा देनी मैनूं इत्थे दे दिओ, पर परलोक च नरकां दी अग च ना सड़ना पवे। क्योंकि महाराजा साहिब जानते हैं कि गुरु गोबिंद सिंह साहब का खालसा गुरु गोबिंद सिंह साहब आप ने। इस करके खालसे दे अगे हथ जोड़ने
ਸਭ ਤੋਂ ਉੱਤਮ ਨੇ। ਮਹਾਰਾਜਾ ਦੁਨਿਆਵੀ ਤਖਤ ਦੇ ਮਾਲਕ ਸੀ, ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੱਥ ਜੁੜੇ ਹੋਏ ਸੀ। ਅੱਜ ਆ ਛੋਟੇ ਜਿਹੇ ਮੰਤਰੀ ਬਣ ਕੇ ਹੀ ਅਕਾਲ ਤਖਤ ਸਾਹਿਬ ਨੂੰ ਚੁਣੌਤੀਆਂ ਦਿੰਦੇ ਆ। ਆ ਦੁਨਿਆਵੀ ਤਖਤਾਂ ਤੇ ਬੈਠ ਕੇ ਗੰਦੀਆਂ ਰਾਜਨੀਤੀਆਂ ਖੇਡਦੇ ਹੋਏ ਤਖਤਾਂ ਨੂੰ ਚੁਣੌਤੀ ਦਿੰਦੇ ਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਤਖਤ ਨੇ ਇਸ ਦੇਸ਼ ਅੰਦਰੋਂ ਜ਼ੁਲਮ ਰਾਜ ਦੀ ਜੜ ਨੂੰ ਪੁੱਟਿਆ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਨਾ ਹੁੰਦਾ, ਅੱਜ ਹਿੰਦੁਸਤਾਨ ਦੀ ਤਵਾਰੀਖ ਕੁਝ ਹੋਰ ਹੁੰਦੀ। ਇੱਥੇ ਸਾਧ ਸੰਗਤ ਜੀ ਅਰਬ ਦੇਸ਼ਾਂ ਵਰਗੇ ਕਾਨੂੰਨ ਹੁੰਦੇ। ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਕੇਵਲ ਜੰਝੂ ਪਹਿਨਣਾ ਤੇ ਚਾਬੀਆਂ ਲੱਕ ਨਾਲ ਬੰਨਣਾ ਹੀ ਕੰਮ ਸੀ, ਮਹਾਰਾਜ ਨੇ ਉਹਨਾਂ ਨੂੰ ਵੀ ਰਾਜ ਭਾਗ ਭੋਗਣੇ ਨਸੀਬ ਕਰ ਦਿੱਤੇ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨੇ। ਜਦੋਂ ਸ਼ੇਰੇ ਪੰਜਾਬ ਜੀ ਨੇ ਇੰਨੀ ਨਿਮਰਤਾ ਨਾਲ ਆਖਿਆ, ਫਿਰ ਅਕਾਲੀ ਜੀ ਦੇ ਮਨ ਵਿੱਚ ਬਰਾਗ ਆ ਗਿਆ ਕਿ ਇਹੋ ਜਿਹਾ ਬਾਦਸ਼ਾਹ ਕੌਮ ਨੂੰ ਨਹੀਂ ਮਿਲਣਾ। ਐਡਾ ਨਿਮਰਤਾ ਵਾਲਾ ਬਾਦਸ਼ਾਹ ਕਦੇ ਕੌਮ ਨੂੰ ਨਹੀਂ ਮਿਲਣਾ। ਆਖਿਆ ਸ਼ੇਰੇ ਪੰਜਾਬ, ਅਸੀਂ ਤਾਂ ਕੇਵਲ ਵੇਖ ਰਹੇ ਸਾਂ ਕਿ ਤੇਰੇ ਅੰਦਰ ਹਕੂਮਤ ਦਾ ਨਸ਼ਾ ਤਾਂ ਨਹੀਂ ਮਹਾਰਾਜ, ਇਸ ਸੱਚੀ ਹਕੂਮਤ ਦੇ ਸਾਹਮਣੇ ਮੈਂ ਕੁਝ ਵੀ ਨਹੀਂ। ਮੈਂ ਖਾਲਸਾ ਜੀ ਤੁਹਾਡਾ ਦਾਸ ਹਾਂ, ਸੇਵਕ ਹਾਂ। ਫਿਰ ਜਦੋਂ ਕੋਟੜੇ ਲੈ ਕੇ ਸਿੰਘ ਵੇਖੋ, ਜੇ ਸਿੰਘ ਵੀ ਕਿਹੋ ਜਿਹੇ ਹੋਣਗੇ। ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦਾ ਹੋਇਆ ਸਿੰਘ ਕੋਟੜਾ ਲੈ ਕੇ ਖਲੋ ਗਿਆ ਸੀ। ਅਕਾਲੀ ਜੀ ਨੇ ਫਰਮਾਨ ਜਾਰੀ ਕੀਤਾ ਵੀ ਨਹੀਂ, ਕੋਟੜੇ ਨਹੀਂ ਲਾਉਣੇ। ਮਹਾਰਾਜੇ ਨੂੰ ਲੱਗਿਆਂ ਵਰਗੇ ਹੋ ਗਏ। ਅਕਾਲੀ ਜੀ ਕਹਿਣ ਲੱਗੇ ਗਿਆਨੀ ਸੰਤ ਸਿੰਘ ਜੀ ਨੂੰ ਕਿ ਕੀ ਸਜ਼ਾ ਮਹਾਰਾਜੇ ਨੂੰ ਸੇਵਾ ਵਜੋਂ ਲਾਈ ਜਾਵੇ। ਫਿਰ ਗਿਆਨੀ ਸੰਤ ਸਿੰਘ ਜੀ ਜੋ ਉਸ ਸਮੇਂ ਦੇ ਦਮਦਮੀ ਟਕਸਾਲ ਦੇ ਮੁਖੀ ਸਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਨ, ਕਵੀ ਭਾਈ ਸੰਤੋਖ ਸਿੰਘ ਜੀ ਦੇ ਜੋ ਵਿਦਿਆ ਗੁਰੂ ਹੋਏ ਹੈ, ਉਹਨਾਂ ਨੇ ਉਸ ਸਮੇਂ ਕਿਹਾ ਅਕਾਲੀ ਜੀ, ਜਥੇਦਾਰ ਜੀ, ਸ਼ੇਰੇ ਪੰਜਾਬ ਨੂੰ ਸੋਨੇ ਦੀ ਸੇਵਾ ਲਾਉਣੀ ਚਾਹੀਦੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਕਾ ਮੰਦਰ ਸੋਨੇ ਦਾ ਹੋਵੇ, ਅਤੀ ਸੁੰਦਰ ਹੋਵੇ। ਫਿਰ ਸ਼ੇਰੇ ਪੰਜਾਬ ਜੀ ਨੇ ਇਹ ਸੇਵਾ ਪ੍ਰਵਾਨ ਕੀਤੀ ਤੇ ਜਿਸ ਸਮੇਂ ਮਹਾਰਾਜੇ ਦੀ ਯਾਦਗਾਰ ਵਜੋਂ ਅੱਖਰ ਲਿਖੇ ਜਾਣ ਲੱਗੇ ਨਾ, ਤਾਂ ਮਹਾਰਾਜੇ ਨੇ ਕਿਹਾ ਇੱਥੇ ਕੋਈ ਹੁਣ ਮੇਰੇ ਵਾਸਤੇ ਹੋਰ ਅੱਖਰ ਨਾ ਖਾਲਸਾ ਜੀ ਲਿਖੋ ਕਿ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਪਰਮ ਸੇਵਕ ਜਾਣ ਕਰਕੇ ਮੇਰੇ ਕੋਲੋਂ ਇਹ ਸੇਵਾ ਲਈ ਹੈ। ਫਿਰ ਵੀ ਮਹਾਰਾਜੇ ਦੀ ਨਿਮਰਤਾ ਨੂੰ ਵੇਖਦਿਆਂ ਹੋਇਆਂ ਉਸ ਸਮੇਂ ਖਾਲਸੇ ਨੇ ਇਹ ਸ਼ਬਦ ਜ਼ਰੂਰ ਪਾਏ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਪਾਸੋਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਆਪਣਾ ਪਰਮ ਸੇਵਕ ਜਾਣ ਕਰਕੇ ਇਹ ਸ਼ਬਦ ਲਿਖੇ ਹੋਏ ਹੈ। ਜਦੋਂ ਆਪ ਹਰਮੰਦਰ ਸਾਹਿਬ ਦੀ ਅੰਦਰ ਸਦਲ ਤੇ ਸੀਸ ਧਰੋਗੇ, ਉੱਪਰ ਉਠਾ ਕੇ ਸੀਸ ਤੱਕਿਓ, ਇਹਨਾਂ ਅੱਖਰਾਂ ਦਾ ਤੁਹਾਨੂੰ ਦਰਸ਼ਨ ਹੋਵੇਗਾ। ਉੱਤੇ ਮੂਲ ਮੰਤਰ ਲਿਖਿਆ ਹੋਇਆ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਖਤ ਦੀ ਮਾਣ ਮਰਿਆਦਾ ਵਿੱਚ ਕੌਮ ਚੱਲਦੀ ਸੀ, ਸਾਧ ਸੰਗਤ ਜੀ, ਉਦੋਂ ਅਸੀਂ ਰਾਜ ਭਾਗ ਭੋਗੇ। ਸਤਿਗੁਰੂ ਜੀ ਦੀ ਮਾਣ ਮਰਿਆਦਾ ਤੋਂ ਜੇ ਸਿੱਖ ਥਿੜਕਿਆ ਤੇ ਫਿਰ ਗੁਲਾਮ ਹੁੰਦਿਆਂ ਉਹਨੂੰ ਦੇਰ ਨਹੀਂ ਲੱਗੀ, ਕਿਉਂਕਿ ਸੱਚੇ ਪਾਤਸ਼ਾਹ ਨੇ ਸਾਨੂੰ ਆਜ਼ਾਦ ਹਸਤੀ ਦਿੱਤੀ ਹੈ ਤੇ ਆਜ਼ਾਦ ਸਤਿਗੁਰਾਂ ਜੀ ਨੇ ਸਾਨੂੰ ਉਹ ਤਖਤ ਦਿੱਤਾ ਹੈ ਜਿਹਦੇ ਉੱਤੇ ਕਿਸੇ ਵੀ ਤਖਤ ਦਾ ਹੁਕਮ ਨਹੀਂ ਸਾਧ ਸੰਗਤ ਜੀ ਚੱਲਦਾ। ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਹੈ। ਤੋ ਚਾਹੁੰਦਾ ਤਾਂ ਮੈਂ ਸੀਗਾ ਕਿ 5-10 ਮਿੰਟ ਹੀ ਲਾਈਏ, ਪਰ ਸਮਾਂ ਫਿਰ ਵੀ ਵੱਧ ਲੱਗ ਗਿਆ। ਅੱਜ ਰਾਗ ਆਸਾ ਵਿੱਚ ਜੋ ਵਾਰ ਹੈ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਆਸਾ ਦੀ ਵਾਰ, ਉਸ ਪਵਿੱਤਰ ਬਾਣੀ ਦੀ ਕਥਾ ਆਰੰਭ ਹੋਣ ਜਾ ਰਹੀ ਹੈ। ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ। ਸਾਧ ਸੰਗਤ ਜੀ, ਜਿਵੇਂ ਰਾਗਾਂ ਦੇ ਆਰੰਭ ਵਿੱਚ ਮਹਾਰਾਜ ਜੀ ਮੰਗਲ ਲਿਖਦੇ ਆ ਨਾ ਪੂਰਨ, ਇਵੇਂ ਸੱਚੇ ਪਾਤਸ਼ਾਹ ਜੀ ਇਸ ਪਵਿੱਤਰ ਆਸਾ ਦੀ ਵਾਰ ਦੇ ਆਰੰਭ ਵਿੱਚ ਮਹਾਰਾਜ ਜੀ ਮੰਗਲ ਲਿਖਦੇ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਗੁਰਪ੍ਰਸਾਦ ਤੱਕ ਇਹ ਮਹਾਮੰਤਰ ਦਾ ਸਤਿਗੁਰੂ ਜੀ ਮੰਗਲਾ ਚਰਨ ਗਰੀਬ ਨਿਵਾਜ ਕਰਦੇ ਆ
ਕਿ ਇੱਕ ਓੰਕਾਰ ਅਦੁੱਤੀ ਪਰਮੇਸ਼ਰ ਇੱਕ ਹੈ। ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਨਾਮ ਤ੍ਰਈ ਕਾਲ ਆਬਾਦ ਸਤ ਹੈ ਤੇ ਉਹ ਸਦਾ ਰਹਿਣ ਵਾਲਾ ਹੈ। ਕਰਤਾ ਪੁਰਖ ਉਹ ਕਰਤਾ ਹੈ ਸਾਰੇ ਹੀ ਕਾਇਨਾਤ ਦਾ, ਬਣਾਉਣ ਵਾਲਾ ਹੈ ਸਾਰੀ ਹੀ ਸ੍ਰਿਸ਼ਟੀ ਦੇ ਤਾਈਂ। ਤੇ ਫਿਰ ਪੁਰਖ ਮਹਾਰਾਜ ਕਹਿੰਦੇ ਭਾਈ ਪੂਰਨ ਹੈ ਸਭ ਥਾਵਾਂ ਤੇ। ਪੂ ਕਹਿੰਦੇ ਆ ਨਰਕਾਂ ਨੂੰ, ਰੱਖ ਕਹਿੰਦੇ ਰੱਖਿਆ ਕਰਨ ਵਾਲੇ ਨੂੰ। ਨਰਕਾਂ ਤੋਂ ਜੀਆਂ ਦੀ ਰੱਖਿਆ ਕਰਨ ਵਾਲਾ ਹੈ। ਨਿਰਭਉ ਉਹ ਨਿਰਭਉ ਸਰੂਪ ਹੈ, ਉਹਨੂੰ ਕਿਸੇ ਦਾ ਵੀ ਭੈ ਨਹੀਂ, ਡਰ ਨਹੀਂ। ਇਹ ਵਾਹਿਗੁਰੂ ਦੇ ਲੱਖਣ ਕਥਨ ਕੀਤੇ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ। ਨਿਰਵੈਰ ਫਿਰ ਉਹ ਨਿਰਵੈਰ ਸਰੂਪ ਹੈ, ਕਿਸੇ ਨਾਲ ਵੀ ਮੇਰਾ ਵਾਹਿਗੁਰੂ ਵੈਰ ਨਹੀਂ ਕਰਦਾ। ਅਕਾਲ ਮੂਰਤ ਉਹਦੀ ਜਿਹੜੀ ਮੂਰਤ ਹਸਤੀ ਹੈ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕਾਲ ਤੋਂ ਰਹਿਤ ਹੈ, ਉਹਨੂੰ ਕਾਲ ਨਹੀਂ ਖਾ ਸਕਦਾ। ਉਹ ਬੱਚਾ ਨਹੀਂ ਹੈ ਕਿ ਫਿਰ ਜਵਾਨ ਹੋਊਗਾ, ਜਵਾਨ ਨਹੀਂ ਹੈ ਕਿ ਬਿਰਧ ਹੋ ਜਾਊਗਾ, ਬਿਰਧ ਨਹੀਂ ਹੈ ਕਿ ਫਿਰ ਮਰ ਜਾਊਗਾ। ਸੱਚੇ ਪਾਤਸ਼ਾਹ ਕਹਿੰਦੇ ਨਾ ਉਹ ਬਾਲਾ ਨਾ ਉਹ ਬੁੱਢਾ, ਨਾ ਉਹ ਬੱਚਾ ਹੈ ਤੇ ਨਾ ਉਹ ਬੁੱਢਾ ਹੈ। ਉਹ ਤਾਂ ਮਹਾਰਾਜ ਕਹਿੰਦੇ ਇੱਕ ਜਿਹਾ ਹੈ ਸਦਾ ਹੀ। ਅਕਾਲ ਮੂਰਤ ਉਹਦਾ ਜਿਹੜਾ ਸਰੂਪ ਹੈ ਨਾ, ਮਹਾਰਾਜ ਕਹਿੰਦੇ ਉਹ ਭਾਈ ਕਾਲ ਤੋਂ ਰਹਿਤ, ਉਹਨੂੰ ਕਾਲ ਨਹੀਂ ਖਾ ਸਕਦਾ, ਸਦਾ ਰਹਿਣ ਵਾਲਾ ਹੈ। ਅਜੂਨੀ ਸਭੰ ਫਿਰ ਅਜੂਨੀ ਅਜਨਮਾ ਹੈ। ਇਹ ਹੁੰਦੇ ਆ ਨਾ ਕਿ ਸਿੱਧ ਕਹਿੰਦੇ ਸੀ ਮਹਾਰਾਜ ਜਿਹੜਾ ਪਰਮੇਸ਼ਰ ਹੈ ਉਹ ਕਿਸੇ ਰਾਜੇ ਨਹੀਂ, ਗਾਂ ਅੱਗੇ ਰਾਜ ਗੱਦੀ ਥਾਪਤੀ ਹੋਣੀ ਹੈ ਤੇ ਵੱਡਾ ਹੋਣਾ ਪ੍ਰਤਾਪੀ, ਤੇ ਲੋਕ ਡਰਦੇ ਹੋਏ ਸਾਰੇ ਉਹਨੂੰ ਰੱਬ ਮੰਨਣ ਲੱਗ ਪਏ ਹੋਣੇ ਆ। ਇਸ ਤਰ੍ਹਾਂ ਦੀ ਗੱਲ ਹੋਣੀ ਹੈ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਉਹ ਤਾਂ ਕਿਸੇ ਦਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਕਿਸੇ ਦਾ ਥਾਪਿਆ ਹੋਇਆ ਨਹੀਂ, ਉਹਨੂੰ ਕਿਸੇ ਨੇ ਪਰਮੇਸ਼ਰ ਪੁਣੇ ਦੀ ਦਸਤਾਰ ਦਿੱਤੀ ਹੈ ਨਹੀਂ, ਉਹ ਤਾਂ ਆਪਣੇ ਆਪ ਤੋਂ ਆਪ ਹੈ, ਅਜੂਨੀ ਹੈ। ਫਿਰ ਨਾ ਉਹਦੀ ਕੋਈ ਮਾਂ ਹੈ ਤੇ ਨਾ ਉਹਦਾ ਕੋਈ ਪਿਓ ਹੈ, ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤਾ ਹੈ। ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ। ਉਹਦੇ ਕੋਈ ਮਾਤਾ ਪਿਤਾ ਨਹੀਂ ਕਿ ਮਾਤਾ ਪਿਤਾ ਦੇ ਸੰਬੰਧ ਦੇ ਨਾਲ ਉਹਦਾ ਜਨਮ ਹੋਇਆ ਸੀ। ਮਹਾਰਾਜ ਕਹਿੰਦੇ ਨਹੀਂ ਭਾਈ, ਅਜੂਨੀ ਅਜਨਮਾ ਸਰੂਪ ਹੈ। ਜਦੋਂ ਉਹਨ ਆਉਣਾ ਹੁੰਦਾ ਹੈ ਨਾ, ਉਹਨੂੰ ਕੋਈ ਆਚਾਰ ਖਾਣੀਆਂ ਦੀ ਲੋੜ ਨਹੀਂ ਪੈਂਦੀ। ਨਰਸਿੰਘ ਭਗਵਾਨ ਨੂੰ ਪ੍ਰਗਟ ਹੋਣ ਲਈ ਕੋਈ ਖਾਣੀ ਦੀ ਲੋੜ ਪਈ ਸੀ? ਥੰਮ ਉਪਾੜ ਹਰ ਕੀਆ ਵਿਸਥਾਰ, ਥੰਮ ਨੂੰ ਪਾੜ ਕੇ ਨਿਰੰਕਾਰ ਪ੍ਰਗਟ ਹੋ ਗਏ ਸੀਗੇ। ਜਿਹੜਾ ਮਰਜੀ ਰੂਪ ਧਾਰ ਕੇ ਆ ਸਕਦੇ ਆ, ਭਗਤ ਦੀ ਸ਼ਰਧਾ ਜਿਹੋ ਜੀ ਹੋਵੇ। ਮਹਾਰਾਜ ਕਹਿੰਦੇ ਹੈ ਪਰਮੇਸ਼ਰ ਅਜਨਮਾ, ਉਹ ਭਾਈ ਕਿਸੇ ਵੀ ਜੂਨਾਂ ਵਿੱਚ ਨਹੀਂ ਆਉਂਦਾ ਹੈ ਤੇ ਸਹਿ ਭੰਗ ਸੁਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਹੈ। ਜਿਵੇਂ ਸਾਧ ਸੰਗਤ ਜੀ ਆ ਖੱਟ ਜੋਤੀਆਂ ਮੰਨੀਆਂ ਨਾ, ਇਹਨਾਂ ਨੂੰ ਪਿੱਛੋਂ ਪ੍ਰਕਾਸ਼ ਆਉਂਦਾ। ਆ ਪੱਖੇ ਚੱਲਦੇ ਆ, ਬਲਬ ਰੌਸ਼ਨੀ ਕਰਦੇ ਆ, ਇਹ ਪਿੱਛੋਂ ਪਾਵਰ ਹਾਊਸ ਤੋਂ ਹੀ ਇਹ ਬਿਜਲੀ ਆ ਰਹੀ ਹੈ ਨਾ, ਤੇ ਜਦੋਂ ਪਿੱਛੋਂ ਹੀ ਬੰਦ ਹੋ ਜੇ ਨਾਲ ਹੀ ਪੱਖੇ ਖੜ ਜਾਂਦੇ, ਨਾਲ ਹੀ ਬਲਬ ਜਿਹੜੇ ਉਹ ਰੌਸ਼ਨੀ ਦੇਣੋਂ ਹਟ ਜਾਂਦੇ ਆ। ਪਰਮੇਸ਼ਰ ਇਹ ਜਿਹਾ ਨਹੀਂ ਕਿ ਪਿੱਛੋਂ ਰੌਸ਼ਨੀ ਕੋਈ ਬੰਦ ਕਰਦੇ ਤੇ ਪਰਮੇਸ਼ਰ ਦੀ ਸ਼ਕਤੀ ਮੁੱਕ ਜੇਗੀ, ਨਹੀਂ। ਮਹਾਰਾਜ ਕਹਿੰਦੇ ਉਹ ਤਾਂ ਆਪ ਖੱਟ ਜੋਤੀਆਂ ਨੂੰ ਪ੍ਰਕਾਸ਼ਣ ਵਾਲਾ ਹੈ। ਸੂਰਜ ਚੰਦਰਮਾ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਉਹ ਵਾਹਿਗੁਰੂ ਆਪ ਹੀ ਹੈ, ਕਿਉਂਕਿ ਉਹ ਸਹਿ ਭੰਗ ਹੈ, ਸੁਤੇ ਸਰੂਪ ਹੈ, ਆਪਣੇ ਆਪ ਤੋਂ ਆਪ ਹੈ। ਸਤਿਗੁਰੂ ਜੀ ਕਹਿੰਦੇ ਭਾਈ ਉਹ ਸਵਯੰ ਰੂਪ ਹੈ, ਉਹਨੂੰ ਕਿਸੇ ਨੇ ਬਣਾਇਆ ਹੈ ਤੇ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ। ਗੁਰ ਪ੍ਰਸਾਦ ਐਸੇ ਮੇਰੇ ਵਾਹਿਗੁਰੂ ਦੀ ਮਹਾਰਾਜ ਕਹਿੰਦੇ ਪ੍ਰਾਪਤੀ ਹੁੰਦੀ ਹੈ ਗੁਰ ਪ੍ਰਸਾਦ। ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਵਾਹਿਗੁਰੂ ਸਾਖਿਆਤ ਹੁੰਦੇ ਆ। ਆਸਾ ਮਹੱਲਾ ਪਹਿਲਾ। ਸਾਧ ਸੰਗਤ ਜੀ ਇਹ ਰਾਗ ਆਸਾ ਤੇ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਇਹ ਵਾਰ ਹੈ। ਗੁਰੂ ਨਾਨਕ ਸਾਹਿਬ ਜੀ ਦੀਆਂ ਇਹ ਵਿਸ਼ੇਸ਼ ਬਾਣੀਆਂ ਨੇ। ਜਿਵੇਂ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਹੈ ਤੇ ਉਹਨਾਂ ਦੇ ਵੇਖੋ ਬਾਣੀਆਂ ਨੂੰ ਪੜ੍ਹੋ ਤਾਂ ਕਿਸੇ ਵੀ ਵਕਤ, ਪਰ ਮਹਾਰਾਜ ਜੀ ਨੇ ਫਿਰ ਵੀ ਉਹਨਾਂ ਦਾ ਸਮਾਂ ਨਿਯਤ ਕੀਤਾ ਹੋਇਆ ਹੈ। ਹੁਣ ਜਿਵੇਂ ਸ੍ਰੀ ਜਪਜੀ ਸਾਹਿਬ ਹੈ, ਇਹ ਅੰਮ੍ਰਿਤ ਵੇਲੇ ਦੀ ਬਾਣੀ ਮਹਾਰਾਜ ਦੱਸੀ ਹੈ। ਤੇ ਪਰ ਸਾਧ ਸੰਗਤ ਜੀ ਜੇ ਕੋਈ ਸ਼ਾਮ ਨੂੰ ਜਪਜੀ ਸਾਹਿਬ ਪੜ੍ਹੇ ਤੇ ਕਈ ਭੁੱਲੜ ਕਹਿੰਦੇ ਆ ਲੈ ਤੂੰ ਸ਼ਾਮ ਨੂੰ ਜਪਜੀ ਸਾਹਿਬ ਪੜ੍ਹੀ ਜਾਂਦਾ, ਜਿਵੇਂ ਬੜਾ ਵੱਡਾ ਪਾਪ ਹੋ ਗਿਆ ਹੁੰਦਾ।
ਜਪਜੀ ਸਾਹਿਬ ਤਾਂ ਹਰ ਵੇਲੇ ਹੀ ਪੜੋ ਭਾਵੇਂ, ਇਹ ਮਾਲਾ ਮੰਤਰ ਹੈ ਮਹਾਰਾਜ ਨੇ ਸਿੱਖਾਂ ਨੂੰ ਦਿੱਤਾ। ਪਰ ਇਹ ਨਹੀਂ ਕਿ ਹੋਰ ਸਮੇਂ ਪੜੋ ਤੇ ਅੰਮ੍ਰਿਤ ਵੇਲੇ ਫਿਰ ਪੜੋ ਹੀ ਨਾ। ਅੰਮ੍ਰਿਤ ਵੇਲਾ ਇਹਦਾ ਵੇਲਾ ਹੈ ਪੜਨ ਦਾ। ਸੰਧਿਆ ਦੇ ਸਮੇਂ ਸੋਧਰ ਹੈ ਰਾਜ ਸਾਹਿਬ ਜੀ ਦਾ ਪਾਠ, ਰਾਤ ਨੂੰ ਕੀਰਤਨ ਸੋਹਿਲੇ ਜੀ ਦਾ ਪਾਠ। ਇਵੇਂ ਸਮੇਂ ਦੀ ਮਰਿਆਦਾ ਬੰਨ੍ਹ ਕੇ ਸਤਿਗੁਰਾਂ ਜੀ ਨੇ ਕੁਝ ਨਿਯਮ ਬਖਸ਼ਿਸ਼ ਕੀਤੇ ਹੈ। ਇਵੇਂ ਆਸਾ ਦੀ ਵਾਰ ਜਿਹੜੀ ਹੈ ਨਾ, ਇਹ ਸਾਧ ਸੰਗਤ ਜੀ ਭੋਰ ਹੋਣ ਤੱਕ, ਅੰਮ੍ਰਿਤ ਵੇਲੇ ਜਦੋਂ ਭੋਰ ਹੁੰਦੀ ਹੈ, ਦਿਨ ਦਾ ਚੜ੍ਹਾਅ ਹੋ ਜਾਂਦਾ ਹੈ, ਉਦੋਂ ਸ੍ਰੀ ਆਸਾ ਦੀ ਵਾਰ ਦੀ ਸੰਪੂਰਨਤਾ ਹੁੰਦੀ ਹੈ। ਗੁਰੂ ਸਾਹਿਬ ਜੀ ਦੇ ਕਾਲ ਤੋਂ ਇਹ ਪਵਿੱਤਰ ਬਾਣੀ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਦਰਬਾਰ ਅੰਦਰ ਗਾਇਨ ਕੀਤੀ ਜਾਂਦੀ ਰਹੀ ਹੈ। ਇਹ ਜਿਹੜਾ ਨਿਯਮ ਹੈ ਅੰਮ੍ਰਿਤ ਵੇਲੇ ਦੇ ਗਾਇਨ ਕਰਨ ਦਾ, ਇਹ ਕਿਸੇ ਹੋਰ ਨਹੀਂ ਬੰਨਿਆ, ਸਤਿਗੁਰਾਂ ਨੇ ਬੰਨਿਆ ਹੈ। ਤੇ ਉਹ ਹਾਸ ਰਸ ਦਾ ਬਚਨ ਹੈ ਗਿਆਨੀ ਮਾਨ ਸਿੰਘ ਜੀ ਝੌਰ ਦਾ, ਕਿਉਂਕਿ ਉਹ ਵਿਅੰਗ ਨਾਲ ਗੱਲ ਕਰਿਆ ਕਰਦੇ ਸੀ। ਉਹਨਾਂ ਨੇ ਕਥਾ ਕਰਨੀ ਸੀਗੀ ਤੇ ਕੀਰਤਨੀਆਂ ਨੇ ਆਸਾ ਦੀ ਵਾਰ ਇੰਨੀ ਲੰਬੀ ਕਰ ਦਿੱਤੀ ਕਿ ਉਹ 11 ਵਜੇ ਤੱਕ ਖਿੱਚ ਕੇ ਲੈ ਗਏ। ਤੇ ਹੁਣ ਮਰਜ਼ੀ ਆ, ਸ਼ਬਦ ਪੜ੍ਹੀ ਗਏ ਤੇ ਉਹ 2-4 ਛੱਕੇ ਰੱਖ ਕੇ, ਤੇ ਜਦੋਂ ਫਿਰ ਉਹਨਾਂ ਨੇ 12 ਵਜੇ ਦੇ ਨਜ਼ਦੀਕ ਸਮਾਪਤੀ ਕੀਤੀ, ਗਿਆਨੀ ਜੀ ਦਾ ਕਥਾ ਦਾ ਸਮਾਂ ਸੀ, ਉਹ ਬੈਠੇ ਥੱਲੇ ਸੁਣਦੇ ਰਹੇ ਕੀਰਤਨ। ਜਦੋਂ ਉਹਨਾਂ ਦਾ ਕਥਾ ਦਾ ਸਮਾਂ ਆਇਆ, ਫਿਰ ਉਹਨਾਂ ਨੇ ਵਿਅੰਗ ਨਾਲ ਇਸ ਮਰਿਆਦਾ ਨੂੰ ਦੱਸਿਆ। ਕਹਿਣ ਲੱਗੇ ਵੀ ਆਹਾ ਹਾ ਬਹੁਤ ਮਜ਼ਾ ਆਇਆ, ਇੰਨਾ ਸੋਹਣਾ ਕੀਰਤਨ ਹੋਇਆ। ਕਹਿੰਦੇ ਦਾਸ ਦੀ ਬਿਰਤੀ ਲੱਗ ਗਈ, ਮੇਰੀ ਸਮਾਧੀ ਲੱਗ ਗਈ। ਕਹਿੰਦੇ ਜਦੋਂ ਸਮਾਧੀ ਮੇਰੀ ਲੱਗੀ ਤੇ ਮੇਰੀ ਸੁਰਤ ਸੱਚਖੰਡ ਚਲੀ ਗਈ। ਨਿਰੰਕਾਰ ਦਾ ਦਰਸ਼ਨ ਵੇਖ ਕੇ ਬੜਾ ਮਨ ਪ੍ਰਸੰਨ ਹੋਇਆ। ਉੱਥੇ ਸਾਰੇ ਹੀ ਬਹੁਤ ਖੁਸ਼ ਚਿੱਤ ਸੀਗੇ। ਤੇ ਮੈਂ ਕੀ ਵੇਖਿਆ ਕਿ ਇੱਕ ਬੀਬੀ ਹੈ, ਉਹਦੇ ਕੱਪੜੇ ਪਾਟੇ ਹੋਏ ਹੈ, ਸਰੀਰ ਚੋਂ ਲਹੂ ਚੋਰਿਆ ਹੈ, ਉਹਦੇ ਸਰੀਰ ਤੇ ਲਾਸ਼ਾਂ ਪਈਆਂ ਹੋਈਆਂ ਨੇ। ਮੈਂ ਕਿਹਾ ਇੰਨੀ ਦੁਖਿਆਰੀ ਇੱਥੇ। ਕਹਿੰਦੇ ਮਹਾਰਾਜ ਨੇ ਜਦੋਂ ਸਾਹਮਣੇ ਆਈ ਤੇ ਪੁੱਛਿਆ ਵੀ ਤੂੰ ਕੌਣ ਹੈ? ਕਹਿਣ ਲੱਗੀ ਮਹਾਰਾਜ ਮੈਂ ਆਸਾ ਦੀ ਵਾਰ ਹਾਂ। ਉਹ ਬੜੇ ਹੈਰਾਨ ਹੋਏ ਸਾਰੇ। ਕਹਿੰਦੇ ਜਦੋਂ ਉਹ ਗਿਆਨੀ ਜੀ ਆਪਣੇ ਵਿਅੰਗ ਨਾਲ ਦੱਸ ਰਹੇ ਸੀ, ਕਹਿੰਦੇ ਮੇਰੀ ਸੁਰਤ ਲੱਗੀ ਸੱਚਖੰਡ ਚੱਲ ਗਈ ਤੇ ਉੱਥੇ ਮੈਂ ਨਜ਼ਾਰਾ ਵੇਖਿਆ। ਉਹ ਕਹਿੰਦੀ ਮਹਾਰਾਜ ਮੈਂ ਆਸਾ ਦੀ ਵਾਰ ਹਾਂ। ਤੇ ਨਿਰੰਕਾਰ ਨੇ ਪੁੱਛਿਆ ਵੀ ਤੇਰੀ ਇਹ ਹਾਲਤ ਕਿਨ ਕੀਤੀ ਹੈ ਇਸ ਤਰ੍ਹਾਂ ਦੀ? ਕਹਿੰਦੇ ਮਹਾਰਾਜ ਤੁਸੀਂ ਤਾਂ ਮਰਿਆਦਾ ਅੰਮ੍ਰਿਤ ਵੇਲੇ ਦੀ ਬੰਨੀ ਸੀ, ਪਰ ਇਹ ਮਹਾਰਾਜ ਮਰਿਆਦਾ 'ਚ ਰਹਿੰਦੇ ਨਹੀਂ ਤੇ ਮਹਾਰਾਜ ਦਿਨ ਦੇ ਚੜ੍ਹਾਅ ਤੱਕ ਚਿਮਟੇ ਮਾਰ ਮਾਰ ਕੇ ਮੇਰੇ ਮਹਾਰਾਜ ਵੇਖੋ ਲਾਸ਼ਾਂ ਪਾ ਛੱਡੀਆਂ ਨੇ। ਭਾਵੇਂ ਇਹ ਗੱਲ ਸੱਤ ਤਾਂ ਹੈ ਨਹੀਂ, ਪਰ ਗਿਆਨੀ ਜੀ ਨੇ ਵਿਅੰਗ ਨਾਲ ਦੱਸਿਆ ਵੀ ਇਹਦਾ ਸਮਾਂ ਅੰਮ੍ਰਿਤ ਵੇਲੇ ਦਾ ਹੈ। ਇਹ ਨਹੀਂ ਕਿ 12 ਵਜੇ ਤੱਕ ਤੁਸੀਂ ਆਸਾ ਦੀ ਵਾਰ ਹੀ ਗਾਈ ਜਾਓ। ਫਿਰ ਭੋਗ ਪਾ ਕੇ ਤੇ ਸ਼ਬਦ ਕੀਰਤਨ ਕੀਤਾ ਜਾ ਸਕਦਾ, ਭਾਵੇਂ ਸਾਰਾ ਦਿਨ ਕਰੀ ਜਾਓ, ਸਾਰੀ ਰਾਤ ਕਰੀ ਜਾਓ, ਪਰ ਆਸਾ ਦੀ ਵਾਰ ਦਾ ਅੰਮ੍ਰਿਤ ਵੇਲੇ ਭੋਗ ਪੈਣਾ ਚਾਹੀਦਾ ਹੈ। ਉਹਦੀ ਸਮਾਪਤੀ ਉਦੋਂ ਹੋਣੀ ਚਾਹੀਦੀ ਹੈ। ਇਹ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪੌੜੀਆਂ ਹਜੂਰ ਨੇ ਉਚਾਰਨ ਕੀਤੀਆਂ। ਜਿਨ੍ਹਾਂ ਸਤਿਗੁਰਾਂ ਦੀਆਂ ਪੌੜੀਆਂ ਹੋਣ ਨਾ ਉਹਨਾਂ ਦੀ ਹੀ ਵਾਰ ਹੁੰਦੀ। ਸਤਿਗੁਰਾਂ ਜੀ ਨੇ ਪੌੜੀਆਂ ਉਚਾਰਨ ਕੀਤੀਆਂ ਸੀ ਤੇ ਪੌੜੀਆਂ ਦਾ ਕੀਰਤਨ ਹੁੰਦਾ ਸੀ ਮਹਾਰਾਜ ਦੇ ਦਰਬਾਰ ਅੰਦਰ। ਤੇ ਫਿਰ ਰਾਗੀ ਸਿੱਖ ਜਿਹੜੇ ਆਪਣੇ ਮਰਜ਼ੀ ਨਾਲ ਸ਼ਲੋਕ ਪੜ੍ਹ ਲੈਂਦੇ ਸੀ, ਸ਼ਬਦ ਪੜ੍ਹ ਲੈਂਦੇ ਸੀ। ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਇਵੇਂ ਪੌੜੀਆਂ ਦਾ ਕੀਰਤਨ ਹੁੰਦਾ ਰਿਹਾ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਵਕਤ ਵੀ ਇਵੇਂ ਪੌੜੀਆਂ ਦਾ ਕੀਰਤਨ ਹੁੰਦਾ ਰਿਹਾ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਸਿੱਖਾਂ ਬੇਨਤੀ ਕੀਤੀ, ਮਹਾਰਾਜ ਆਪ ਜੀ ਪੌੜੀਆਂ ਨਾਲ ਕੋਈ ਸ਼ਬਦ ਜਿਹੜੇ ਉਹ ਕਿਰਪਾ ਕਰਕੇ ਬਖਸ਼ਿਸ਼ ਕਰੋ। ਫਿਰ ਜੋ ਛੰਤਾਂ ਦੀ ਬਾਣੀ ਪਿੱਛੇ ਲੰਘੀ ਨਾ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਸ਼ਲੋਕ ਆਏ ਸੀ। ਜਦੋਂ ਆਰੰਭਤਾ ਕੀਤੀ ਸੀ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ। ਇਹ ਫਿਰ 6 ਸ਼ਬਦ ਜਿਹੜੇ ਸੀ ਨਾ, ਇੱਕ ਸ਼ਬਦ ਦੇ 4-4 ਬੰਦ ਨੇ। ਮਹਾਰਾਜ ਜੀ ਨੇ 24 ਛੰਤ ਜਿਹੜੇ ਸੀ ਫਿਰ ਇਹ ਉਚਾਰਨ ਕੀਤੇ। ਆਗਿਆ ਕੀਤੀ ਕਿ ਭਈ ਪੌੜੀਆਂ ਤੋਂ ਪਹਿਲਾਂ ਇਹਨਾਂ ਦਾ ਗਾਇਨ ਕਰੋ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਸਾਧ ਸੰਗਤ ਜੀ ਸਤਿਗੁਰਾਂ ਜੀ ਦੇ ਸ਼ਲੋਕ ਤੇ ਮਹੱਲੇ ਇਕੱਤਰ ਕਰਕੇ
महाराज सच्चे पातशाह जी ने फिर नाल पौड़ियां दे गायन करन दी सतगुरां ने मर्यादा बन्नी। पहलों छंद गायन हुंदा है, फिर सलोक गायन हुंदा है, फिर महला गायन हुंदा है, फिर पौड़ी दा गायन हुंदा है। ते ये मर्यादा गुरु अर्जन देव सच्चे पातशाह जी महाराज दे समय काल विच इवें जिहड़ी सी आरंभ होई। गुरु हरगोबिंद साहिब सच्चे पातशाह जी महाराज जी ने जदों सतगुरां कीर्तन अमृत वेले सुनिया करना, महाराज जी ने फिर आग्ञा की कि भई सिखो एक एक शब्द भी नाल पढ़िया करो। फिर साध संगत जी ये गुरु हरगोबिंद साहिब जी महाराज की चलाई हुई मर्यादा है कि छंद तो पहलों बंदना दे शब्द भी गाए जाते, भावें एक श्लोक का ही शब्द पढ़िया जाए। एक कोई रागी सिंह सीगे गुरमुख बहुत रस भिन्ना कीर्तन करते, ते वो पहला शब्द किन्ने किन्ने गायन कीते, ते फिर एकदम ही सारे छंत पढ़ के ते आसा दी वार दा भोग पाता। महापुरख कहन लगे भाई रागी जी ये मर्यादा गुरु हरगोबिंद साहिब जी बनी है, आपने बड़ा सोहना कीर्तन किया है, ते भावें एक ही श्लोक का शब्द पढ़ दे पर शब्द नाल जरूर पढ़ना चाहिए। ये मर्यादा सतगुरां जी ने तोरी। ते साध संगत जी इस पवित्र बाणी दियां 24 पौड़ियां ने, 24 श्लोक ने, ते 36 महले हैं। ये पूरी गिणती 84 बनती है। ते सिख शरधा करते हैं कि पवित्र बाणी 84 लाख जून नूं कट दिंदी है। जिहड़ा कोई शरधा नाल इस बाणी का जाप करदा है ना, आसा दी वार दा कीर्तन सुनन दा पुरातन सिखां दा साध संगत जी नितनेम सी। कई इन्ने इन्ने धनाड़ सिख मैं बहुत वारी बाहरलियां देशां च भी किते उन्हां जिन्हां नूं अमल लगा होया साध संगत जी बड़े सादे ਜਿਹੇ कपड़े पा के ते महाराज दे हजूर पूरी आसा दी वार सुनदे आ, ते उन्हां नूं केवल भुख तां बाणी दी है, फिर अपने कारोबारां नूं चले जांदे आ। बल पवे ते महाराज दी बाणी दी कथा भी वो बैठ करके सुनदे, पोथी प्रकाश करके कथा सुनदे। पहलियां सिखां नूं ये बड़ा नशा सी ते वो निजम रखदे सी। अज भी जे दिल्ली च किते कथा करन चले जाइए ना, तो साध संगत जी मैं मर्यादा पहाड़ी वाले गुरुद्वारे साहब वेखी। हुण मैनूं पता नहीं जदों कथा करिया करनी ते बजुर्ग जिहड़े सी कोई 50-50 70 साल दे, उन्होंने पोथियां साहब प्रकाश करके कथा सुनते हुंदे सी। ते उन्हां दा पिछा पिछोकड़ किसे दा कोई काबल दा है, किसे दा कोई बाहर देश है। जदों पाकिस्तान साध संगत जी बन गया बाद विच, ये अज भी उधर जाके वेखीए तो उन्होंने साध संगत जी एक एक राग चों महंगे महंगे शब्द जिहड़े वो कंठ है जुबानी याद ने, ते प्यार नाल इउं आसा दी वार दा कीर्तन सुनना सिखां दा ये निजम। ये गुरु हरगोबिंद साहिब जी महाराज सच्चे पातशाह जी ने जिहड़ी अज हुण मर्यादा इन बिन चल रही है, ये मर्यादा सच्चे पातशाह जी ने बनी है। ते साध संगत जी ये निरंतर एक रस गुरु घर दे अंदर आसा दी वार दा कीर्तन हुंदा है। महाराज सच्चे पातशाह जी ने इस दे अंदर पखंड दा नाश कीता, पखंड दा खंडन कीता ते परमार्थ दा मंडन कीता सच्चे पातशाह जी महाराज ने। साध संगत जी ये अंदर योद्धियां जिवें वार हुंदी है, वार दा हंथ हुंदा जंग युद्ध, वार हुंदी है वीर रस दे सहित गायन करन वाले जिहड़े है साध संगत जी छंदाबंदी, उन्हूं वार कहिंदे। जिवें ढाडी वारां महाराज जी ने प्रचलित कीतियां हन। इहदे अंदर साध संगत जी युद्ध आउणा है। एक पासे मोह सूरमा है, एक पासे विवेक सूरमा है। एक पासे मनमुख पखंडां दी ते आसुरी संपदा दे सहित है, एक पासे गुरमुख ते दैवी संपदा दे सहित है। ते महाराज गुरमुखां दी ते दैवी संपदा दी जित विखाउणगे इस पवित्र आसा दी वार दे अंदर। हजूर फरमाउंदे ने राग आसा विच महला पहला, जगत दे मालिक धन गुरु नानक साहिब जी महाराज। वार सलोका नाल, ये वार जिहड़ी है ना सलोकां नाल, इहदे नाल महाराज जी ने श्लोक उचारण कीते। ये श्लोक ये सिरलेख जिहड़े आ ना, ये गुरु अर्जन साहब ने बन्ने सच्चे पातशाह जी ने।
ਮਹਾਰਾਜ ਜੀ ਕਹਿੰਦੇ ਭਾਈ ਇਹ ਵਾਰ ਸ਼ਲੋਕਾਂ ਦੇ ਨਾਲ ਉਚਾਰਨ ਕੀਤੀ ਆ। ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਤੇ ਸ਼ਲੋਕ ਵੀ ਜਿਹੜੇ ਲਿਖੇ ਆ ਮਹੱਲੇ ਪਹਿਲੇ ਕੇ ਲਿਖੇ। ਮਹੱਲੇ ਪਹਿਲੇ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਲਿਖੇ ਹੋਏ ਸ਼ਲੋਕ ਨੇ। ਸਾਧ ਸੰਗਤ ਜੀ ਉਹ ਪੰਜ ਖੰਡੀਏ ਜਿਹੜੇ ਹੋਏ ਆ ਨਾ, ਉਹ ਬਾਬੂ ਤੇਜਾ ਸਿੰਘ ਜਿਨ੍ਹਾਂ ਕਿਹਾ ਸੀ ਕਿ ਰਾਗਮਾਲਾ ਬਾਣੀ ਨਹੀਂ, ਉਹਨਾਂ ਦੀਆਂ ਇਹ ਸਾਧ ਸੰਗਤ ਜੀ ਹਰਕਤਾਂ ਸੀਗੀਆਂ। ਉਹਨ ਕੀ ਕੀਤਾ ਕਿ ਅਖੇ ਮਹਾਰਾਜ ਨੂੰ ਭੁਲੇਖਾ ਲੱਗ ਗਿਆ, ਵਿੱਚ ਤਾਂ ਮਹੱਲਾ ਦੂਜਾ ਵੀ ਆਉਂਦਾ ਹੈ। ਉਹਨਾਂ ਨੇ ਆਪਣੇ ਕੋਲੋਂ ਲਿਖ ਦਿੱਤਾ, ਜਿੱਥੇ ਲਿਖਿਆ ਨਾ ਸ਼ਲੋਕ ਵੀ ਲਿਖੇ ਮਹੱਲੇ ਪਹਿਲੇ ਕੇ ਲਿਖੇ, ਤੇ ਉੱਥੇ ਨਾਲ ਲਿਖ ਦਿੱਤਾ ਮਹੱਲੇ ਦੂਜੇ ਕੇ ਲਿਖੇ, ਵੀ ਨਾਲ ਮਹੱਲੇ ਦੂਜੇ ਦੇ ਵੀ ਲਿਖੇ ਆ। ਅਖੇ ਮਹਾਰਾਜ ਨੂੰ ਭੁਲੇਖਾ ਪੈ ਗਿਆ ਹੈ। ਹੋਰ ਉਹਨਾਂ ਹਰਕਤ ਕੀ ਕੀਤੀ, ਇੱਥੋਂ ਹਜੂਰ ਸਾਹਿਬ ਦੀ ਯਾਤਰਾ ਤੋਂ ਜਾਂਦਿਆਂ ਹੋਇਆਂ ਰਸਤੇ ਵਿੱਚ ਕੋ ਉਹਨਾਂ ਨੂੰ ਦਰਬਾਰੀ ਦਾਸ ਦੀ ਜਿਹੜੀ ਸੀ ਨਾ ਕੋਈ ਪੋਥੀ ਮਿਲੀ। ਉਹ ਦਰਬਾਰੀ ਦਾਸ ਦੀ ਪੋਥੀ ਵਿੱਚ ਸਾਧ ਸੰਗਤ ਜੀ ਉਹਨਾਂ ਨੇ ਇੱਕ ਕੋਝਾ ਯਤਨ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾ ਜਿਵੇਂ 10 ਪਾਤਸ਼ਾਹੀਆਂ ਦਾ ਸਰੂਪ ਹੈ, ਤੇ ਫਿਰ 10 ਸਤਿਗੁਰਾਂ ਦੀ ਬਾਣੀ ਚਾਹੀਦੀ ਹੈ। ਇੱਕ 6ਵੇਂ ਪਾਤਸ਼ਾਹ ਜੀ ਦੇ ਨਾਮ ਤੇ ਮਹੱਲਾ ਲਿਖ ਕੇ ਉਹ ਮਿਹਰਬਾਨ ਦੀ ਲਿਖੀ ਹੋਈ ਕਵਿਤਾ ਸੀ, ਤੇ ਉਹ 6ਵੇਂ ਪਾਤਸ਼ਾਹ ਦੇ ਸਰਲੇਖ ਥੱਲੇ ਸ਼ਬਦ ਲਿਖ ਦਿੱਤਾ। ਫਿਰ ਸਾਧ ਸੰਗਤ ਜੀ ਇੱਕ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਮ ਥੱਲੇ ਕਵਿਤਾ ਲਿਖੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਮ ਥੱਲੇ ਇੱਕ ਕਵਿਤਾ ਲਿਖ ਦਿੱਤੀ, ਤੇ ਉਹ ਕਵਿਤਾਵਾਂ ਉਹ ਦਰਬਾਰੀ ਦਾਸ ਦੀਆਂ ਬਣਾਈਆਂ ਹੋਈਆਂ ਜਿਹੜੀਆਂ ਗੁਰੂ ਸਾਹਿਬ ਦੇ ਨਾਮ ਥੱਲੇ ਲਿਖ ਦਿੱਤੀਆਂ। ਅਖੇ ਕਹਿੰਦੇ ਜੀ ਫਿਰ 10 ਪਾਤਸ਼ਾਹੀਆਂ ਦਾ ਸਰੂਪ ਤੇ ਤਾਈਏ ਹੈ ਨਾ ਜੇ 10 ਗੁਰਾਂ ਦੀ ਬਾਣੀ ਹੋਵੇ। ਤੇ ਸਾਧ ਸੰਗਤ ਜੀ ਜੇ ਪਹਿਲੇ ਪਾਤਸ਼ਾਹ ਦੀ ਬਾਣੀ ਹੈ ਤਾਂ ਫਿਰ ਉਹ 10 ਸਤਿਗੁਰਾਂ ਦੀ ਬਾਣੀ ਹੈ। ਸਿੱਖਾਂ ਦੀ ਇਹ ਸ਼ਰਧਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਹੀ 10 ਜਾਮੇ ਧਾਰੇ ਆ, ਕਿਸੇ ਹੋਰ ਨਹੀਂ ਧਾਰੇ। ਇਸ ਕਰਕੇ ਇਹ ਸਤਿਗੁਰਾਂ ਦੀ ਬਾਣੀ ਦੇ ਉੱਤੇ ਸਾਧ ਸੰਗਤ ਜੀ ਉਹਨਾਂ ਨੇ ਲਿਖ ਦਿੱਤੀ ਸੀ ਲਿਖਤੀ ਰੂਪ ਵਿੱਚ, ਇਹ ਨਹੀਂ ਕਿ ਕੇਵਲ ਕਿਹਾ ਹੀ ਸੀਗਾ। ਤੇ ਇਹ ਇੱਕ ਲਾਲ ਸਿੰਘ ਸੰਗਰੂਰੀ ਕੋਈ ਹੋਇਆ, ਤੇ ਇਹ ਹਵਾਲੇ ਸਾਧ ਸੰਗਤ ਜੀ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਆਪਣੀ ਕਥਾ ਵਿੱਚ ਦਿੱਤੇ ਆ। ਤੇ ਇਹ ਆਖਿਆ ਕਿ ਜਿਹੜੇ ਨਾਮਵਰ ਵਿਦਵਾਨ ਆਪਣੇ ਆਪ ਨੂੰ ਅਖਵਾਉਂਦੇ ਆ ਤੇ ਗੁਰੂ ਕੀ ਬਾਣੀ ਵਿੱਚ ਇਉਂ ਮਿਲਾਵਟ ਕਰ ਰਹੇ ਆ, ਸਰਕਾਰ ਤੋਂ ਪੈਸੇ ਲੈ ਕਰਕੇ, ਅੰਗਰੇਜ਼ ਦਾ ਰਾਜ ਸੀ ਉਦੋਂ, ਅੰਗਰੇਜ਼ ਕੋਲ ਸਰਕਾਰ ਕੋਲੋਂ ਪੈਸੇ ਲੈ ਕੇ ਸਿੱਖੀ ਭੇਖ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਜਿਹੜੇ ਛਾਣਬੀਣ ਕਰਦੇ ਆ, ਭਾਈ ਇਹਨਾਂ ਨੂੰ ਤਾਂ ਮਹਾਰਾਜ ਹੀ ਆਪ ਵੇਖਣਗੇ। ਸਿੱਖੀ ਭੇਖ ਦੇ ਵਿੱਚ ਉਹਨਾਂ ਨੇ ਕੋਝੀਆਂ ਹਰਕਤਾਂ ਕੀਤੀਆਂ। ਸਾਧ ਸੰਗਤ ਜੀ ਇੱਥੇ ਸ਼ੰਕਾ ਪਾਇਆ ਕਿ ਵੇਖੋ ਮਹੱਲੇ ਦੂਜੇ ਕੇ ਜਦੋਂ ਆਉਂਦੇ ਨਾਲ ਤੇ ਕਿਉਂ ਨਹੀਂ ਲਿਖਿਆ, ਇਸ ਕਰਕੇ ਆਪਣੇ ਕੋਲੋਂ ਉਹਨੇ ਲਿਖ ਮਾਰਿਆ ਸੀ। ਪਰ ਸਾਧ ਸੰਗਤ ਜੀ ਸਤਿਗੁਰਾਂ ਜੀ ਦੇ ਪਹਿਲੇ ਸਤਿਗੁਰਾਂ ਦੇ ਮਹੱਲੇ ਜ਼ਿਆਦੇ ਹੈ, ਤੇ ਜਿਨ੍ਹਾਂ ਦਾ ਨਗਰ ਹੋਵੇ ਉਹਨਾਂ ਦਾ ਹੀ ਵਸਦਾ ਨਾ, ਉਹਨਾਂ ਦੇ ਨਾਮ ਤੇ ਹੀ ਵੱਜਦਾ ਨਾ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਲਿਖ ਦਿੱਤੇ ਹੈ ਕਿ ਭਾਈ ਇਹਦੇ ਸ਼ਲੋਕ ਵੀ ਲਿਖੇ ਮਹੱਲੇ ਪਹਿਲੇ ਕੇ ਸ਼ਬਦ ਦੁਆਰਾ ਪੜੋ। ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਸ਼ਲੋਕ ਭੀ ਦਾ ਭਈ ਵੀ ਲਿਖੇ ਹੋਏ ਮਹੱਲੇ ਪਹਿਲੇ ਭਾਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ। ਤੇ ਫਿਰ ਸਾਧ ਸੰਗਤ ਜੀ ਵੇਖ ਲਓ ਸਾਰੀ ਬਾਣੀ ਹੈ। ਗੁਰੂ ਅੰਗਦ ਸਾਹਿਬ ਜੀ ਦੀ ਉਚਾਰਨ ਕੀਤੀ, ਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ। ਸ਼ਬਦ ਦੇ ਅਖੀਰ ਵਿੱਚ ਸਤਿਗੁਰੂ ਜੀ ਕੀ ਕਹਿ ਕੇ ਭੋਗ ਪਾਉਂਦੇ ਆ? ਨਾਨਕ ਨਾਮ ਕਹਿ ਕੇ ਭੋਗ ਪਾਉਂਦੇ। ਇਸ ਕਰਕੇ ਕਦਾਚਿਤ ਸਿੱਖ ਨੂੰ ਕੋਈ ਭਿੰਨ ਭੇਦ ਜਾਂ ਫਰਕ ਨਹੀਂ ਸਮਝਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਵਿੱਤਰ ਬਾਣੀ ਇਹ ਕਿਸੇ ਹੋਰ ਨਹੀਂ ਇਹ ਸਾਰੀ ਮਰਿਆਦਾ ਬੰਨੀ, ਇਹ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਹੁੰਦਿਆਂ ਆਪ ਪ੍ਰਤੱਖ ਸਤਿਗੁਰਾਂ ਨੇ ਆਪਣੇ ਸ਼੍ਰੀ ਕੰਠ ਤੋਂ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਤਿਗੁਰਾਂ ਬਾਣੀ ਉਚਾਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸਰੂਪ ਨੂੰ ਬੀੜ ਨੂੰ ਬੰਨਿਆ, ਬਾਣੀ ਲਿਖਵਾਈ, ਸੰਪੂਰਨਤਾ ਕੀਤੀ। ਤੇ ਫਿਰ ਇਸੇ ਅਸਥਾਨ ਤੇ ਹਜੂਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਸਾਧ ਸੰਗਤ ਜੀ ਸੌਂਪੀ ਹੈ। ਇਸ ਕਰਕੇ ਸਿੱਖ ਨੂੰ ਕੋਈ ਹੱਕ ਨਹੀਂ ਬਣਦਾ ਕਿ ਗੁਰੂ ਸਾਹਿਬ ਦੇ ਕੀਤੇ ਦੇ ਉੱਤੇ ਕੋਈ ਛਾਣਬੀਣ ਤੇ ਕਿੰਤੂ ਕਰੇ। ਜੈਸਾ ਮਹਾਰਾਜ ਨੇ ਲਿਖਿਆ ਪੂਰੇ ਕਾ ਕੀਆ ਸਭ ਕੁਛ ਪੂਰਾ।
ਘੱਟ ਵੱਧ ਕਿਛ ਨਾਹੇ। ਸਰਕਾਰਾਂ ਦੇ ਟੈਂਟੇ ਚੜ੍ਹ ਕਰਕੇ ਸਿੱਖ ਕੌਮ ਨੂੰ ਜਿਹੜੇ ਖੋਖਲਾ ਕਰਨਾ ਚਾਹੁੰਦੇ ਆ, ਸਾਧ ਸੰਗਤ ਜੀ ਸਦੀ ਤੋਂ ਉੱਤੇ ਹੋ ਚੁੱਕਾ। ਬੜੇ ਜ਼ੋਰ ਲੱਗੇ ਅੰਗਰੇਜ਼ ਦੇ ਕਾਲ ਤੋਂ, ਹੁਣ ਕਿਹੜਾ ਘੱਟ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਹੱਥ ਲਿਖਤ, ਉਹਨਾਂ ਨੂੰ ਖੁਰਦ-ਬੁਰਦ ਕਰਕੇ ਕਹਿੰਦੇ ਆਪਣੀ ਮਰਜ਼ੀ ਦੇ ਨਾਲ ਜਿਹੜੇ ਸਰੂਪ ਵਾ ਛਪਵਾਏ ਜਾਣ। ਬੜੀਆਂ ਕੋਝੀਆਂ ਹਰਕਤਾਂ ਜਿਹੜੀਆਂ ਉਹ ਸਿੱਖ ਵਿਰੋਧੀ ਤਾਕਤਾਂ ਵੱਲੋਂ ਹੋ ਰਹੀਆਂ, ਕੌਮ ਨੂੰ ਸਾਵਧਾਨ ਹੋਣ ਦੀ ਲੋੜ ਹੈ। ਤੋਂ ਮਹਾਰਾਜ ਜੀ ਫਰਮਾਉਂਦੇ ਆ, ਫਿਰ ਪੜ੍ਹ ਦੋ ਸਰਲੇਖ। ਵਾਰ ਸਲੋਕਾ ਨਾਲ ਇਹ ਆਸਾ ਦੀ ਵਾਰ ਜਿਹੜੀ ਹੈ ਸ਼ਲੋਕਾਂ ਦੇ ਸਮੇਤ ਮਹਾਰਾਜ ਉਚਾਰਨ ਕੀਤੀ ਹੈ। ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਸ਼ਲੋਕ ਵੀ ਮਹਾਰਾਜ ਕਹਿੰਦੇ ਭਾਈ ਮਹੱਲੇ ਪਹਿਲੇ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਸਰੂਪ ਦੇ ਲਿਖੇ ਹੋਏ, ਨਾਲ ਦੂਜੇ ਪਾਤਸ਼ਾਹ ਜੀ ਮਹਾਰਾਜ ਦੇ ਆਉਣਗੇ। ਤਾਂ ਉਹ ਵੀ ਜਾਣੋ ਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤਾਂ ਗੁਰੂ ਨਾਨਕ ਸਾਹਿਬ ਹੀ ਆਪ ਹਨ। ਟੁੰਡੇ ਅਸਰਾਜਾ ਕੀ ਧੁਨੀ। ਸਾਧ ਸੰਗਤ ਜੀ ਹੁਣ ਅੱਜ ਆਪਾਂ ਇੰਨਾ ਕੁ ਸਰਵਣ ਕਰਾਂਗੇ, ਤੇ ਕਿਉਂਕਿ ਇਹਦਾ ਵੀ ਪੰਕਤੀ ਦਾ ਵਿਸਥਾਰ ਹੈ, ਪਰ ਮੈਂ ਇੰਨੇ ਸਮੇਂ 'ਚ ਸਮਾਪਤੀ ਕਰਨ ਦਾ ਯਤਨ ਕਰਾਂਗਾ। ਟੁੰਡੇ ਅਸਰਾਜਾ ਕੀ ਧੁਨੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਜੋ ਬਾਣੀ ਹੈ, ਮਹਾਰਾਜ ਦੇ ਸਰੂਪ ਦੇ ਅੰਦਰ ਸਾਧ ਸੰਗਤ ਜੀ 22 ਵਾਰਾਂ ਨੇ, ਜਿਨ੍ਹਾਂ ਦੀ ਗਿਣਤੀ 22 ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਛਿਆ ਸੀ, ਮਹਾਰਾਜ ਸਾਨੂੰ ਬਾਣੀ ਦਾ ਕੀ ਹੁਕਮ ਹੈ? ਤਾਂ ਹਜੂਰ ਨੇ ਆਖਿਆ ਸੀ, ਭਾਈ ਪੁਰਖਾ ਤੁਸਾਂ ਬਾਣੀ ਨਹੀਂ ਉਚਾਰਨ ਕਰਨੀ, ਤੁਸਾਂ ਜਿਹੜੀਆਂ ਤੁਹਾਨੂੰ ਧੁਨਾਂ ਪਸੰਦ ਆਉਣ ਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਰਾਂ ਦੇ ਉੱਤੇ ਤੁਸੀਂ ਧੁਨਾਂ ਚੜਾਉਣੀਆਂ ਹਨ। ਗੁਰਬਿਲਾਸ ਪਾਤਸ਼ਾਹੀ 6ਵੀਂ, ਜਿਹਦੇ ਵਿੱਚ ਇਹ ਬਚਨ ਅੰਕਿਤ ਨੇ। ਸਤਿਗੁਰੂ ਜੀ ਕਹਿੰਦੇ ਜਿਹੜੀਆਂ ਤੁਹਾਨੂੰ ਧੁਨਾਂ ਪਸੰਦ ਆ ਜਾਣ, ਉਹ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਦੇ ਉੱਤੇ ਧੁਨਾਂ ਚੜਾ ਦਿਓ। 9 ਵਾਰਾਂ ਦੀਆਂ ਧੁਨਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਚੜਾਈਆਂ ਨੇ। ਜਿਵੇਂ ਪਿੱਛੇ ਮਾਝ ਦੀ ਵਾਰ ਲੰਘੀ ਹੈ, ਗੌੜੀ ਕੀ ਵਾਰ ਲੰਘੀ ਹੈ, ਤੇ ਸਾਧ ਸੰਗਤ ਜੀ ਜਿਵੇਂ ਚੰਦਰਹੜਾ ਸੋਹੀਆਂ ਕੀ ਧੁਨੀ ਗਾਵਣੀ, ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਾਰਾਂ ਦੀਆਂ ਧੁਨਾਂ ਚੜਾਈਆਂ ਨੇ। ਇਹ ਜਿਹੜੀ ਆਸਾ ਦੀ ਵਾਰ ਹੈ ਨਾ, ਇਹ ਮਹਾਰਾਜ ਨੂੰ ਟੁੰਡੇ ਅਸਰਾਜ ਦੀ ਧੁਨੀ ਪਸੰਦ ਆ ਗਈ ਸੱਚੇ ਪਾਤਸ਼ਾਹ ਨੂੰ। ਢਾਡੀ ਨੱਥਾ ਤੇ ਉਹ ਬਦੁੱਲਾ ਮਹਾਰਾਜ ਦੇ ਹਜੂਰ ਜਦੋਂ ਵਾਰ ਗਾਉਂਦੇ, ਮਹਾਰਾਜ ਕਹਿੰਦੇ ਵੀ ਸਾਨੂੰ ਭਾਈ ਗੁਰਦਾਸ ਜੀ ਆ ਜਿਹੜਾ ਰਾਜਾ ਅਸਰਾਜ ਹੈ, ਇਹਦੀ ਬੜੀ ਧੁਨ ਪਸੰਦ ਆਈ ਹੈ, ਜਿਹੜੀ ਢਾਡੀਆਂ ਗਾਈ ਹੈ। ਇਸ ਕਰਕੇ ਇਹ ਜਿਹੜੀ ਆਸਾ ਦੀ ਵਾਰ ਦੀ ਧੁਨ ਹੈ ਨਾ, ਇਸ ਧੁਨ ਦੇ ਉੱਤੇ ਆਸਾ ਦੀ ਵਾਰ ਗਾਈ ਜਾਵੇ। ਇਹ ਮਹਾਰਾਜ ਕਹਿੰਦੇ ਅੱਖਰ ਲਿਖੋ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਇਹ ਅੱਖਰ ਸਤਿਗੁਰਾਂ ਜੀ ਦੀ ਆਗਿਆ ਨਾਲ ਲਿਖੇ ਆ, ਟੁੰਡੇ ਅਸਰਾਜਾ ਕੀ ਧੁਨੀ। ਟੁੰਡਾ ਅਸਰਾਜ ਕੌਣ ਸੀ? ਇਹਦੀਆਂ ਸਾਖੀਆਂ ਤਾਂ ਸਾਧ ਸੰਗਤ ਜੀ ਉਥਾਨਕਾ 2, 3, 4 ਮਿਲਦੀਆਂ, ਪਰ ਜਿਹੜੀ ਪ੍ਰਚਲਿਤ ਉਥਾਨਕਾ ਹੈ, ਇੱਕ ਸਾਰੰਗ ਨਾਮੇ ਰਾਜਾ ਹੋਇਆ। ਇਹਦੀਆਂ ਰਾਣੀਆਂ ਦੇ ਪੇਟੋਂ ਸਾਧ ਸੰਗਤ ਜੀ ਇੱਕ ਖਾਨ ਤੇ ਇੱਕ ਸੁਲਤਾਨ 2 ਪੁੱਤਰ ਸੀ। ਪਰ ਜਿਹੜਾ ਟਿੱਕਾ ਸੀ ਨਾ ਪਟਰਾਣੀ ਦੇ ਪੇਟ ਤੋਂ, ਉਹਦਾ ਨਾਮ ਸੀ ਅਸਰਾਜ। ਜਦੋਂ ਇਹਦਾ ਜਨਮ ਹੋਇਆ ਸੀ, ਰਾਜੇ ਨੇ ਜੋਤਸ਼ੀਆਂ ਨੂੰ ਪੁੱਛਿਆ ਵੀ ਮੈਂ ਕੀ ਕਰਾਂ, ਮੇਰਾ ਪੁੱਤਰ ਅਤ ਪ੍ਰਤਾਪੀ ਹੋਵੇ, ਬਹੁਤ ਧਰਮੀ ਹੋਵੇ, ਐਡਾ ਸੂਰਬੀਰ ਹੋਵੇ ਕਿ ਇਹਦੀ ਤਲਵਾਰ ਦੇ ਸਾਹਮਣੇ ਕੋਈ ਖਲੋ ਨਾ ਸਕੇ। ਜੋਤਸ਼ੀਆਂ ਨੇ ਤੇ ਸਮੇਂ ਕਿਹਾ, ਹੇ ਰਾਜਨ, ਐਂ ਕਰ ਫਿਰ ਇਹਨੂੰ 12 ਸਾਲ ਕਿਸੇ ਹੋਰ ਨਾਲ ਮਿਲਣ ਨਾ ਦੇ। ਵੱਡੇ ਵੱਡੇ ਵਿਦਵਾਨ ਇਹਨੂੰ ਧਰਮ ਸ਼ਾਸਤਰ ਪੜ੍ਹਾਉਣ, ਵੱਡੇ ਵੱਡੇ ਵਿਦਵਾਨ ਇਹਨੂੰ ਧਰਮ ਦੀ ਵਿੱਦਿਆ, ਸ਼ਾਸਤਰ ਵਿੱਦਿਆ, ਪੁਰਾਣਾਂ ਦੀ ਵਿੱਦਿਆ, ਸਾਰਾ ਗਿਆਨ ਇਹਨੂੰ ਪੜ੍ਹਾਉਣ, ਤੇ ਨਾਲ ਇਹਨੂੰ ਵੱਡੇ ਵੱਡੇ ਯੋਧੇ ਸ਼ਸਤਰ ਵਿੱਦਿਆ ਸਿਖਾਉਣ। 12 ਸਾਲ ਅਸਰਾਜ ਨੂੰ ਕਿਸੇ ਨਾਲ ਨਹੀਂ ਮਿਲਣ ਦਿੱਤਾ ਗਿਆ, ਤੇ 12 ਸਾਲ ਅਸਰਾਜ ਨੇ ਸਾਧ ਸੰਗਤ ਜੀ ਵਿੱਦਿਆ ਪੜ੍ਹੀ ਹੈ। ਤੇ ਫਿਰ 12 ਸਾਲ ਹੀ ਅਸਰਾਜ ਨੇ ਜਿੱਥੇ ਧਾਰਮਿਕ ਵਿੱਦਿਆ ਪੜ੍ਹੀ, ਉੱਥੇ ਸ਼ਸਤਰ ਵਿੱਦਿਆ ਨੂੰ ਸਿੱਖਿਆ। ਸ਼ਸਤਰਾਂ ਦਾ ਧਨੀ ਹੋ ਗਿਆ ਅਸਰਾਜ। ਧਰਮ ਦਾ ਇਹੋ ਜਿਹਾ ਉਹਨੂੰ ਰੰਗ ਲੱਗਾ ਕਿ ਦ੍ਰਿੜ ਹੋ ਗਿਆ ਉਹਦੇ ਅੰਦਰ ਵਾਹਿਗੁਰੂ ਦਾ ਵਿਸ਼ਵਾਸ। ਬਹੁਤ ਧਰਮ ਵਿੱਚ ਪ੍ਰਪੱਕ ਹੋ ਗਿਆ, ਬੜਾ ਵੱਡਾ ਵਿਦਵਾਨ ਹੋ ਗਿਆ। ਜਦੋਂ 12 ਸਾਲ ਪੂਰੇ ਹੋ ਗਏ ਨਾ, ਫਿਰ ਕਿਹਾ ਵਿਦਵਾਨਾਂ ਨੇ, ਮੰਤਰੀਆਂ ਨੇ, ਰਾਜਾ ਤੇਰੇ ਪੁੱਤਰ ਨੂੰ ਹੁਣ 12 ਸਾਲ ਹੋ ਗਏ ਵੀ ਉਹ ਸ਼ਸਤਰਾਂ ਦਾ ਧਨੀ ਹੋ ਗਿਆ, ਧਰਮ ਦੇ ਵਿੱਚ ਨਿਪੁੰਨ ਹੋ ਗਿਆ। ਤੇ ਰਾਜਾ ਕਹਿੰਦਾ ਹੁਣ ਹੋਰ ਕੀ ਕਰਨਾ ਚਾਹੀਦਾ?
ਕਹਿੰਦੇ ਰਾਜਾ ਜੇ ਤੂੰ ਚਾਹੁੰਦਾ ਕਿ ਇਹਦੇ ਬਰਾਬਰ ਕੋਈ ਵੀ ਨਾ ਆਵੇ ਫਿਰ ਇਹਨੂੰ ਹੁਣ 12 ਸਾਲ ਬੰਦਗੀ ਵਿੱਚ ਲਾ ਦੇ। ਫਿਰ ਅਸਰਾਜ ਨੇ ਸਾਧ ਸੰਗਤ ਜੀ 12 ਸਾਲ ਬੰਦਗੀ ਕੀਤੀ। ਜਦੋਂ ਅਸਰਾਜ ਦੇ 24 ਸਾਲ ਹੋ ਗਏ ਨਾ ਤੇ ਉਹਦੇ ਬਾਹਰ ਨਿਕਲਣ ਦਾ ਦਿਨ ਆਇਆ। ਬੜੇ ਢੋਲ ਵੱਜੇ, ਸ਼ਹਿਰ 'ਚ ਦੀਪਮਾਲਾ ਹੋਈ, ਮੰਤਰੀਆਂ ਸਮੇਤ ਰਾਜਾ ਆਇਆ। ਐਡਾ ਪ੍ਰਤਾਪੀ ਅਸਰਾਜ, ਉਹਦੇ ਮੱਥੇ ਤੇ ਨੂਰ ਦਗਦਾ ਸੀ। ਐਡੀ ਭਜਨ ਦੀ ਸਾਧ ਸੰਗਤ ਜੀ ਇਹ ਸ਼ਕਤੀ। ਜਦੋਂ ਰਾਜੇ ਨੇ ਵੇਖਿਆ ਆਪਣੇ ਪੁੱਤਰ ਵੱਲ ਤੇ ਉਸ ਦਾ ਮਸਤਕ ਚੁੰਮਿਆ, ਗਦਗਦ ਹੋ ਗਿਆ ਰਾਜਾ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਰਾਜ ਨੂੰ ਵਧਾਵੇਗਾ। ਸਾਰੇ ਸ਼ਹਿਰ ਵਿੱਚ, ਪ੍ਰਜਾ ਵਿੱਚ ਬੜੀ ਖੁਸ਼ੀ ਹੋਈ। ਰਾਜੇ ਨੇ ਬਹੁਤ ਧਨ ਗਰੀਬਾਂ ਤੋਂ ਲੁਟਾਇਆ ਤੇ ਰਾਜਾ ਖੁਸ਼ ਹੋ ਕੇ ਕਹਿੰਦਾ ਅਸਰਾਜ ਜਾ ਆਪਣੀਆਂ ਮਾਤਾਵਾਂ ਦੇ ਵੀ ਚਰਨ ਪਰਸਿਆ। ਆਪਣੀ ਮਾਂ ਦੇ ਚਰਨ ਪਰਸੇ, ਪਟਰਾਣੀ ਸੀ, ਹੋਰਨਾਂ ਰਾਣੀਆਂ ਦੇ ਚਰਨ ਪਰਸੇ। ਇੱਕ ਨਵੀਂ ਵਿਆਹੀ ਹੋਈ ਰਾਣੀ ਸੀ ਰਾਜੇ ਦੀ। ਜਦੋਂ ਉਹਦੇ ਚਰਨ ਪਰਸਣ ਵਾਸਤੇ ਆਇਆ, ਉਸਨੇ ਅਸਰਾਜ ਦੀਆਂ ਬਾਹਾਂ ਪਕੜ ਲਈਆਂ। ਉਸ ਦੇ ਰੂਪ ਵੱਲ ਵੇਖ ਕੇ, ਤੇਜ ਪ੍ਰਤਾਪ ਨੂੰ ਵੇਖ ਕਰਕੇ ਰਾਣੀ ਮੋਹਿਤ ਹੋ ਗਈ। ਰਾਜਾ ਬਿਰਧ ਸੀ, ਉਸ ਤੋਂ ਉਹਦੀ ਵਾਸ਼ਨਾ ਨਹੀਂ ਸੀ ਪੂਰੀ ਹੁੰਦੀ। ਅਸਰਾਜ ਦਾ ਸੁਹੱਪਣ ਵੇਖ ਕਰਕੇ ਕਹਿੰਦੀ ਹੈ ਹੱਥ ਪੈਰਾਂ ਨੂੰ ਨਾ ਲਾ, ਮੈਨੂੰ ਆਪਣੇ ਕੰਠ ਲਾ ਲੈ। ਅਸਰਾਜ ਕਹਿੰਦਾ ਤੂੰ ਮੇਰੇ ਪਿਤਾ ਨੂੰ ਵਿਆਹੀ ਹੋਈ ਹੈ, ਚਾਹੇ ਉਮਰ ਵਿੱਚ ਮੇਰੇ ਬਰਾਬਰ ਹੈ, ਪਰ ਤੂੰ ਮੇਰੀ ਮਾਂ ਹੈ। ਉਸ ਰਾਣੀ ਨੇ ਕਿਹਾ ਅਸਰਾਜ ਇਹ ਐਵੇਂ ਗੱਲਾਂ ਨੇ ਕਰਨ ਦੀਆਂ, ਜੇ ਤੂੰ ਮੇਰੇ ਨਾਲ ਸੰਬੰਧ ਨਾ ਕੀਤਾ ਤਾਂ ਮੈਂ ਤੈਨੂੰ ਜਾਨੋਂ ਮਰਵਾ ਸਕਦੀ ਹਾਂ। ਅਸਰਾਜ ਚੁੱਪ ਕਰ ਗਿਆ, ਪਰ ਫਿਰ ਸੋਚਿਆ ਜੋ ਧਰਮ ਦੀ ਵਿੱਦਿਆ ਪੜ੍ਹੀ ਸੀ, ਕਹਿਣ ਲੱਗਾ ਮਾਂ ਕਹਿ ਕੇ ਬੁਲਾਇਆ। ਕਹਿਣ ਲੱਗਾ ਮਾਂ ਇਹ ਮਨੁੱਖਾ ਜਨਮ ਅਮੋਲਕ ਵੈ, ਇਹ ਬੜੀ ਕਠਿਨਤਾਈ ਨਾਲ ਹੱਥ ਆਉਂਦਾ ਏ, ਪਰ ਧਰਮ ਇਹਦੇ ਨਾਲੋਂ ਵੀ ਅਮੋਲਕ ਵੈ। ਮੈਂ ਬੇਧਰਮਾ ਹੋ ਕੇ ਨਹੀਂ ਮਰਨਾ, ਜੋ ਤੂੰ ਕਰਨਾ ਕਰ ਲੈ, ਪਰ ਤੂੰ ਮੇਰੀ ਮਾਂ ਏ, ਮੈਂ ਤੇਰੇ ਨਾਲ ਸਰੀਰਕ ਸੰਬੰਧ ਨਹੀਂ ਪੈਦਾ ਕਰ ਸਕਦਾ। ਅਸਰਾਜ ਮੱਥਾ ਟੇਕ ਕੇ ਮੁੜ ਗਿਆ। ਰਾਣੀ ਨੇ ਆਪਣੇ ਲੀੜੇ ਪਾੜ ਸਿੱਟੇ, ਆਪਣੇ ਸਰੀਰ ਤੇ ਨੌਂਦਰਾਂ ਮਾਰ ਲਈਆਂ, ਬਹੁਤ ਜ਼ਿਆਦਾ ਆਪਣੇ ਸਰੀਰ ਚੋਂ ਲਹੂ ਕੱਢਿਆ, ਵਾਲ ਖਿਲਾਰ ਲਏ। ਰਾਜਾ ਆਇਆ, ਕਹਿਣ ਲੱਗੀ ਮੈਂ ਤੈਨੂੰ ਵਿਆਹੀ ਆ ਜੇ ਤੇਰੇ ਪੁੱਤਰ ਨੂੰ ਵਿਆਹੀ ਹੋਈ ਆ। ਇਹ ਹਰਕਤ ਵੇਖ ਤੇਰੇ ਪੁੱਤਰ ਨੇ ਬਾਹਰ ਨਿਕਲਦਿਆਂ ਸਾਰ ਕੀਤੀ ਹੈ। ਰਾਜਾ ਬਹੁਤ ਮਨ 'ਚ ਦੁਖੀ ਹੋਇਆ, ਵਿਸ਼ਵਾਸ ਨਹੀਂ ਆਉਂਦਾ ਕਿ ਮੇਰਾ ਪੁੱਤਰ ਇਸ ਤਰ੍ਹਾਂ ਦਾ ਹੋ ਸਕਦਾ ਹੈ। ਰਾਣੀ ਨੇ ਕਿਹਾ ਮੈਨੂੰ ਨਿਆਂ ਚਾਹੀਦਾ ਹੈ, ਉਸ ਦਾ ਗਲਾ ਕੱਟਿਆ ਜਾਵੇ। ਰਾਜੇ ਨੇ ਤੇ ਸਮੇਂ ਕਿਹਾ, ਦਰਬਾਰ ਬੁਲਾ ਲਿਆ। ਸਾਧ ਸੰਗਤ ਜੀ ਚਰਿਤਰੋਪਾਖਿਆਨਵੀ ਜਿਹੜੇ ਆ ਨਾ ਮੰਤਰੀ ਭੂਪ ਸੰਵਾਦੇ 405, ਇਹ ਮਹਾਰਾਜ ਨੇ ਉਹ ਵਜ਼ੀਰ ਰਾਜੇ ਨੂੰ ਸਾਖੀਆਂ ਸੁਣਾਉਂਦੇ ਆ ਤਰ੍ਹਾਂ ਤਰ੍ਹਾਂ ਦੀਆਂ ਕਿ ਵੀ ਇਸਤਰੀਆਂ ਕੀ ਚਲਿੱਤਰ ਖੇਡ ਦਿੰਦੀਆਂ, ਤੂੰ ਆਪਣੇ ਧਰਮੀ ਪੁੱਤਰ ਨੂੰ ਕਿਤੇ ਮਾਰ ਨਾ ਬੈਠੀ। ਫਿਰ ਰਾਜੇ ਨੇ ਹੁਕਮ ਜਾਰੀ ਕੀਤਾ ਕਿ ਅਸਰਾਜ ਇਸ ਨੇ ਆਪਣੀ ਮਾਂ ਦੀ ਇਹ ਦੁਰਗਤ ਕੀਤੀ ਹੈ ਤੇ ਇਸ ਦਾ ਇੱਕ ਹੱਥ ਵੱਢ ਕੇ ਇਸ ਨੂੰ ਜੰਗਲ ਵਿੱਚ ਛੱਡ ਦਿੱਤਾ ਜਾਵੇ ਤੇ ਦੇਸ਼ ਨਿਕਾਲਾ ਦੇ ਦਿੱਤਾ। ਖਾਨ ਸੁਲਤਾਨ ਜਦੋਂ ਗਏ, ਉਹਨਾਂ ਨੇ ਸੋਚਿਆ ਵੀ ਇੱਕ ਹੱਥ ਵੱਢਿਆ ਤੇ ਫਿਰ ਦੂਜੇ ਨਾਲ ਨਾ ਕਿਤੇ ਫਿਰ ਚੜ ਕੇ ਆ ਜਾਏ। ਈਰਖਾ ਨਾਲ ਉਹਨੇ ਅਸਰਾਜ ਦੇ ਦੋਵੇਂ ਹੱਥ ਵੱਢ ਦਿੱਤੇ ਤੇ ਜੰਗਲ 'ਚ ਨਹੀਂ ਛੱਡਿਆ, ਖੂਹ 'ਚ ਸਿੱਟਤਾ ਵੀ ਮਾਰ ਦਿਓ। ਤੇ ਰਾਜੇ ਨੂੰ ਦੱਸਿਆ ਨਹੀਂ ਕਿ ਇੱਕ ਹੱਥ ਵੱਢਣ ਦਾ ਹੁਕਮ ਸੀ, ਦੋਵੇਂ ਵੱਢ ਦਿੱਤੇ ਆ। ਇੱਕ ਲਿਆ ਕੇ ਵਿਖਾਤਾ, ਰਾਣੀ ਸ਼ਾਂਤ ਹੋ ਗਈ। ਤੇ ਸਾਧ ਸੰਗਤ ਜੀ ਅਸਰਾਜ ਵਾਹਿਗੁਰੂ ਦਾ ਭਾਣਾ ਮੰਨਦਾ, ਪਰਮੇਸ਼ਰ ਦੇ ਭਾਣੇ 'ਚ ਉੱਥੇ ਖੂਹ 'ਚ ਹੀ ਬੈਠਾ, ਹੱਥ ਕੱਟੇ ਹੋਏ ਦੋਵੇਂ। ਉੱਥੋਂ ਵਣਜਾਰਿਆਂ ਦੀ ਇੱਕ ਟੋਲੀ ਲੰਘੀ ਤੇ ਉਹਨਾਂ ਵਣਜਾਰਿਆਂ ਨੇ ਵੇਖਿਆ ਜਦੋਂ ਪਾਣੀ ਲੱਗੇ ਕੱਢਣ, ਥੱਲੋਂ ਅਸਰਾਜ ਨੇ ਡੋਲ ਪਕੜ ਲਿਆ, ਖਿੱਚੇ ਨਾ ਜਾਵੇ ਲੱਜ। ਉਹਨਾਂ ਵੇਖਿਆ ਥੱਲੇ ਹੱਥ ਕੱਟਿਆ, ਕੋਈ ਮਨੁੱਖ ਬੈਠਾ, ਵਣਜਾਰਿਆਂ ਖਿੱਚ ਕੇ ਬਾਹਰ ਕੱਢਿਆ। ਅਸਰਾਜ ਸੋਹਣਾ ਬੜਾ ਸੀ, ਵੇਖ ਕੇ ਉਹ ਨਾਲ ਹੀ ਲੈ ਤੁਰੇ। ਇੱਕ ਦੇਸ਼ ਵਿੱਚ ਗਏ, ਬਾਹਰ ਨਦੀ ਦੇ ਕੰਢੇ ਵਣਜਾਰਿਆਂ ਨੇ ਆਪਣਾ ਡੇਰਾ ਕੀਤਾ। ਅਸਰਾਜ ਬੈਠਾ ਹੋਇਆ ਤੇ ਇੱਕ ਧੋਬੀ ਕੱਪੜੇ ਧੋਂਦਾ ਅਸਰਾਜ ਵੱਲ ਵੇਖੀ ਜਾਂਦਾ। ਵਣਜਾਰੇ ਕਹਿੰਦੇ ਵੀ ਧੋਬੀਆ ਕੀ ਗੱਲ ਹੈ, ਬੜਾ ਵਿਹਨਾ ਹੈ। ਕਹਿੰਦਾ ਵੀ ਮੇਰੀ ਖਾਹਸ਼ ਸੀ ਮੇਰੇ ਪੁੱਤਰ ਹੁੰਦਾ, ਪਰ ਮੈਨੂੰ ਪੁੱਤਰ ਨਹੀਂ ਮਿਲਿਆ, ਤੇ ਇਹ ਜਿਹਾ ਕਿਤੇ ਪੁੱਤ ਮੇਰਾ ਹੋਵੇ। ਤੇ ਉਹ ਕਹਿੰਦੇ ਵੀ ਜੇ ਤੂੰ ਚਾਹੁੰਦਾ ਤੇ ਖਰੀਦ ਲੈ। ਧੋਬੀ ਨੇ ਤੇ ਸਮੇਂ ਫਿਰ ਜਿੰਨੇ ਵਣਜਾਰਿਆਂ ਨੇ ਪੈਸੇ ਮੰਗੇ ਨਾ, ਉਹ ਵਣਜਾਰਿਆਂ ਨੇ ਪੈਸੇ ਲੈ ਲਏ,
ਧੋਬੀ ਦੇ ਕੋਲੋਂ ਤੇ ਧੋਬੀ ਨੇ ਅਸਰਾਜ ਨੂੰ ਖਰੀਦ ਲਿਆ ਤੇ ਫਿਰ ਧਰਮ ਦਾ ਪਿਤਾ ਧੋਬੀ ਬਣ ਗਿਆ। ਅਸਰਾਜ ਨੂੰ ਰੋਟੀ ਪਾਣੀ ਖਵਾਉਣ ਲੱਗਾ, ਨਾਲ ਲੈ ਕੇ ਆਉਣਾ, ਆਪਣੇ ਪਿਤਾ ਦੇ ਬੈਲ ਗੱਡੀ ਨੂੰ ਚਲਾਉਣਾ, ਕੱਪੜੇ ਲਿਆਉਣੇ ਧੋਣੇ, ਰੋਜ਼ ਜਾਣਾ। ਇਸ ਤਰ੍ਹਾਂ ਕਿੰਨਾ ਸਮਾਂ ਲੰਘ ਗਿਆ। ਸਾਧ ਸੰਗਤ ਜੀ, ਉਸ ਦੇਸ਼ ਦਾ ਰਾਜਾ ਚੜ੍ਹਾਈ ਕਰ ਗਿਆ। ਸਮਾਂ ਆਪਣੀ ਆਗਿਆ ਨਾਲ ਜਿਹੜਾ ਚਾਲ ਨਾਲ ਵੱਧਦਾ ਜਾਂਦਾ ਹੈ ਤੇ ਮੈਂ 5 ਮਿੰਟ 'ਚ ਹੀ ਸਮਾਪਤੀ ਕਰਾਂਗਾ ਫਿਰ ਹੁਣ, ਕਿਉਂਕਿ ਕੱਲ ਨੂੰ ਆਪਾਂ ਅੱਗੇ ਸ਼ੇਸ਼ ਸਰਵਣ ਕਰ ਲਵਾਂਗੇ। ਜਦੋਂ ਸਾਧ ਸੰਗਤ ਜੀ ਇਸ ਪ੍ਰਕਾਰ ਉਥੋਂ ਦਾ ਰਾਜਾ ਜਿਹੜਾ ਚੜ੍ਹਾਈ ਕਰ ਗਿਆ ਨਾ, ਤੇ ਮੰਤਰੀ ਜਿਹੜੇ ਆ ਨਾ ਉਹ ਰਾਜ ਗੱਦੀ ਤੇ ਬੈਠਣ ਤੇ ਉਹਨਾਂ ਵਿੱਚ ਅਪਸ਼ਗਨ ਮੰਨਿਆ ਜਾਂਦਾ ਹੈ ਕਿ ਉਹ ਨਰਕਗਾਮੀ ਹੁੰਦੇ ਆ। ਮੰਤਰੀਆਂ ਸੋਚਿਆ ਵੀ ਲੜਾਈ ਨਾ ਪੈ ਜਾਏ ਤੇ ਵੀ ਰਾਜਾ ਕਿਹਨੂੰ ਨਿਯੁਕਤ ਕਰੀਏ। ਉਹਨਾਂ ਫਿਰ ਜੋਤਸ਼ੀਆਂ ਨੂੰ ਪੁੱਛਿਆ ਵੀ ਕਿਹਨੂੰ ਰਾਜਾ ਨਿਯੁਕਤ ਕਰੀਏ। ਕਹਿੰਦੇ ਵੀ ਕਿਲੇ ਦੇ ਦਰਵਾਜ਼ੇ ਕਰ ਦਿਓ ਬੰਦ, ਜਿਹਦੇ ਹੱਥ ਲੱਗਣ ਨਾਲ ਕਿਲੇ ਦਾ ਦਰਵਾਜ਼ਾ ਜਿਹੜਾ ਜਿੰਦਰਾ ਖੁੱਲ ਜਾਵੇ ਉਹਨੂੰ ਰਾਜਾ ਮੰਨ ਲਓ। ਇਧਰੋਂ ਸਾਰੀ ਰਾਤ ਕੱਪੜੇ ਜ਼ਿਆਦਾ ਸੀ, ਧੋਂਦਿਆਂ ਹੋਇਆਂ ਧੋਬੀ ਦੇ ਨਾਲ ਅਸਰਾਜ ਨੂੰ ਰਾਤ ਬਾਹਰ ਹੀ ਲੰਘ ਗਈ ਤੇ ਸੂਰਜ ਚੜ੍ਹੇ ਤੋਂ ਪਹਿਲਾਂ ਹੀ ਆਪਣੇ ਪਿਤਾ ਨਾਲ ਕੱਪੜੇ ਧੋ ਕੇ ਗੱਡੇ ਤੇ ਲੱਦ ਕੇ ਜਦੋਂ ਅਸਰਾਜ ਆਇਆ ਨਾ ਕਿਲੇ ਦੇ ਦਰਵਾਜ਼ੇ ਦੇ ਸਾਹਮਣੇ, ਤੇ ਇਹਦਾ ਹਨੇਰੇ ਵਿੱਚ ਜਦੋਂ ਟੁੰਡ ਲੱਗਾ ਨਾ ਉਸ ਜਿੰਦਰੇ ਨੂੰ, ਤੇ ਸਾਧ ਸੰਗਤ ਜੀ ਉਹ ਜਿੰਦਰਾ ਖੁੱਲ ਗਿਆ। ਜਦੋਂ ਪਰਮੇਸ਼ਰ ਨੇ ਕੋਈ ਨਿਯਤ ਕਰਨੀ ਹੋਵੇ ਤੇ ਤਿਸ ਸਮੇਂ ਅਸਰਾਜ ਦੇ ਗਲ ਵਿੱਚ ਹਾਰ ਪਾ ਕਰਕੇ ਉਹਨੂੰ ਮੰਤਰੀਆਂ ਨੇ ਰਾਜ ਦਰਬਾਰ ਵਿੱਚ ਲੈ ਆਂਦਾ। ਵੇਖਿਆ ਵੀ ਰਾਜਾ ਮਿਲਿਆ ਤਾਂ ਹੈ ਪਰ ਇਹ ਟੁੰਡਾ ਏ, ਹੱਥ ਹੈ ਨਹੀਂ ਇਹਦੇ। ਫਿਰ ਉਹਨੂੰ ਪੁੱਛਿਆ ਵੀ ਤੂੰ ਕੌਣ ਹੈ। ਅਸਰਾਜ ਨੇ ਆਪਣੀ ਸਾਰੀ ਸੱਚ ਗੱਲ ਦੱਸੀ। ਬੜੇ ਖੁਸ਼ ਹੋਏ ਵੀ ਲੈ ਵੀ ਰਾਜਾ ਤੇ ਬੜਾ ਪ੍ਰਤਾਪੀ ਮਿਲ ਗਿਆ। ਰਾਜ ਤਿਲਕ ਦਿੱਤਾ ਗਿਆ, ਬੜੀਆਂ ਖੁਸ਼ੀਆਂ ਹੋਈਆਂ। ਅਸਰਾਜ ਨੇ ਇਹੋ ਜਿਹਾ ਧਰਮ ਦਾ ਰਾਜ ਚਲਾਇਆ, ਸਾਰਾ ਰਾਜ ਖੁਸ਼ਹਾਲ ਹੋ ਗਿਆ, ਬਹੁਤ ਉન્નਤੀ ਹੋਈ। ਕਿਉਂਕਿ ਅਸਰਾਜ ਨੂੰ ਤਾਂ ਸਿੱਖਿਆ ਹੀ ਇਹੀ ਸੀਗੀ, ਉਹਨੂੰ ਤਾਂ ਸਿੱਖਿਆ ਹੀ ਰਾਜ ਦੇ ਚਲਾਉਣ ਦੀ ਮਿਲੀ ਸੀਗੀ। ਇਹੋ ਜਿਹਾ ਉਹਨੇ ਸੋਹਣਾ ਰਾਜ ਚਲਾਇਆ ਕਿ ਸਾਧ ਸੰਗਤ ਜੀ ਉਹ ਰਾਜ ਦੀ ਇੰਨੀ ਉન્નਤੀ ਹੋਈ, ਇੰਨਾ ਦਾਨ ਪੁੰਨ ਦਾ ਪ੍ਰਵਾਹ ਚਲਾਇਆ ਅਸਰਾਜ ਨੇ। ਫਿਰ ਕਹਿੰਦੇ ਆ ਕਿ ਉਹ ਵਣਜਾਰੇ ਇੱਕ ਦਿਨ ਉੱਥੇ ਮੰਗਣ ਲਈ ਆ ਗਏ ਤੇ ਅਸਰਾਜ ਨੇ ਉਹਨਾਂ ਨੂੰ ਪਛਾਣ ਲਿਆ ਤੇ ਉਹਨਾਂ ਨੂੰ ਬਹੁਤਾ ਦਾਨ ਦਿੱਤਾ। ਤੇ ਵਜ਼ੀਰਾਂ ਨੇ ਪੁੱਛ ਲਿਆ ਵੀ ਸਾਡਾ ਰਾਜਾ ਪ੍ਰੇਮ ਤਾਂ ਸਾਰਿਆਂ ਨਾਲ ਹੀ ਕਰਦਾ, ਵੀ ਤੁਹਾਡੇ ਨਾਲ ਬੜਾ ਕੀਤਾ, ਕੀ ਗੱਲ ਹੈ। ਉਹਨਾਂ ਨੇ ਨਾ ਵੇਚਿਆ ਸੀ ਨਾ ਅਸਰਾਜ ਨੂੰ, ਸੋਚਦੇ ਗੱਲ ਨਾ ਪ੍ਰਗਟ ਹੋ ਜੇ ਤੇ ਸਗੋਂ ਨਿੰਦਾ ਕੀਤੀ। ਕਹਿੰਦੇ ਨਾ ਭੰਗੀ ਐ, ਅਸੀਂ ਇਹਨੂੰ ਜਾਣਦੇ ਆ, ਇਹਦੇ ਭੇਦ ਨਾ ਕਿਤੇ ਖੁੱਲ ਜੇ, ਇਸ ਕਰਕੇ ਇਹਨੇ ਡਰਦਿਆਂ ਸਾਡਾ ਸਤਿਕਾਰ ਬੜਾ ਕੀਤਾ। ਤੇ ਜਦੋਂ ਵਜ਼ੀਰਾਂ ਨੇ ਦੱਸਿਆ ਕਿ ਅਸਰਾਜ ਨੂੰ ਕਿ ਮਹਾਰਾਜ ਉਹ ਤਾਂ ਇਦਾਂ ਕਹਿੰਦੇ ਤੁਸੀਂ ਉਹਨਾਂ ਨੂੰ ਦਾਨ ਦਿੰਦੇ ਹੋ। ਅਸਰਾਜ ਨੇ ਤੇ ਸਮੇਂ ਨਾ ਅਫਸੋਸ ਨਾਲ ਆਪਣੇ ਟੁੰਡਾਂ ਨੂੰ ਮਲਿਆ ਤੇ ਕਹਿੰਦੇ ਜਦੋਂ ਅਸਰਾਜ ਨੇ ਅਫਸੋਸ ਕੀਤਾ ਕਿ ਵੇਖੋ ਇਹਨਾਂ ਨੂੰ ਅਜੇ ਵੀ ਸੋਝੀ ਨਹੀਂ ਤੇ ਫਿਰ ਵੀ ਨਿੰਦਕ ਨਿੰਦਾ ਕਰਦੇ ਐ, ਕਹਿੰਦੇ ਅਸਰਾਜ ਦੇ ਹੱਥ ਸਾਬਤ ਹੋ ਗਏ ਸੀ। ਨਿੰਦਕਾਂ ਦਾ ਵੀ ਭਲਾ ਮੰਗਣ ਵਾਲਾ ਧਰਮੀ ਪੁਰਖ ਉਹਨੂੰ ਫਿਰ ਵਾਹਿਗੁਰੂ ਇਹੋ ਜੀ ਸਾਧ ਸੰਗਤ ਜੀ ਬਖਸ਼ਿਸ਼ ਕਰਦਾ ਕਿ ਫਿਰ ਅਸਰਾਜ ਦੇ ਦੋਵੇਂ ਹੱਥ ਜਦੋਂ ਸਾਬਤ ਹੋ ਗਏ, ਜੈਦੇਵ ਜੀ ਦੀ ਸਾਖੀ ਨਾਲ ਮੇਲ ਖਾਂਦੀ। ਤੇ ਜਦੋਂ ਹੱਥ ਉਹਦੇ ਸਾਧ ਸੰਗਤ ਜੀ ਹੈ ਤਾਂ ਇੱਕ ਐਡਾ ਯੋਧਾ ਸੂਰਬੀਰ। ਫਿਰ ਅਸਰਾਜ ਨੇ ਜਿੱਧਰ ਨੂੰ ਮੂੰਹ ਕੀਤਾ ਨਾ ਉਹਨੂੰ ਜਿੱਤ ਹੀ ਪ੍ਰਾਪਤ ਹੋਈ। ਵੱਡੇ ਵੱਡੇ ਰਾਜੇ ਉਹਨੇ ਆਪਣੇ ਰਾਜ ਦੇ ਅਧੀਨ ਲੈ ਆਂਦੇ। ਫਿਰ ਇੱਕ ਵਾਰ ਕਾਲ ਪੈ ਗਿਆ। ਜਦੋਂ ਕਾਲ ਪਿਆ ਸਾਧ ਸੰਗਤ ਜੀ ਅਜੇ ਵੀ ਸਮਾਂ ਜਿਹੜਾ ਹੈ ਨਾ ਇਹਨੂੰ ਵਧੇਕ ਲੱਗ ਜਾਣਾ ਹੈ, ਤੋ ਆਪਾਂ ਕੱਲ ਇੱਥੋਂ ਅੱਗੇ ਸਰਵਣ ਕਰ ਲਵਾਂਗੇ ਕਿ ਅਸਰਾਜ ਕਿਵੇਂ ਫਿਰ ਉਹਦਾ ਪਿਤਾ ਇਹ ਯੁੱਧ ਕਿਵੇਂ ਹੁੰਦਾ ਹੈ ਤੇ ਕਿਵੇਂ ਮਹਾਰਾਜ ਨੂੰ ਇਹ ਧੁਨੀ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਧਰਮੀ ਰਾਜੇ ਦੀ ਪਸੰਦ ਆਉਂਦੀ ਹੈ ਤੇ ਇਹ ਟੁੰਡੇ ਅਸਰਾਜ ਦੀ ਧੁਨੀ ਜੋ ਸਤਿਗੁਰੂ ਜੀ ਕਹਿੰਦੇ ਆ। ਸ਼ਲੋਕ ਦੇ ਕੇਵਲ ਅੱਖਰੀ ਅਰਥ ਸਰਵਣ ਕਰੀਏ ਮਰਿਆਦਾ ਮੁਤਾਬਕ ਤੇ ਫਿਰ ਸਮਾਪਤੀ ਕਰਦੇ ਆਂ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਹਜੂਰ ਕਹਿੰਦੇ ਆ ਇਸ 9 ਪੌੜੀਆਂ ਤੇ ਸ਼ਲੋਕ ਜਿਹੜੇ ਆ ਨਾ ਸਤਿਗੁਰਾਂ ਨੇ ਪਾਕ ਪਟਣ ਵਿੱਚ ਉਚਾਰਨ ਕੀਤੇ ਆ। ਇਹ ਕੱਲ ਨੂੰ ਸਾਰਾ ਵਿਸਥਾਰ ਸੁਣਾਂਗੇ। ਬਲਹਾਰੀ ਗੁਰ ਆਪਣੇ। ਮਹਾਰਾਜ ਕਹਿੰਦੇ ਅਸੀਂ ਆਪਣੇ ਅਕਾਲ ਪੁਰਖ ਵਾਹਿਗੁਰੂ ਤੋਂ ਬਲਹਾਰ ਜਾਂਦੇ ਹਾਂ। ਦਿਹਾੜੀ ਸਦਵਾਰ। ਕਿੰਨੀ ਕੁ ਵਾਰੀ ਮਹਾਰਾਜ ਕਹਿੰਦੇ ਦਿਹਾੜੀ ਵਿੱਚ ਸੈਂਕੜੇ ਵਾਰ ਆਪਣੇ ਗੁਰੂ ਅਕਾਲ ਪੁਰਖ ਤੋਂ ਬਲਹਾਰ ਜਾਂਦੇ ਹਾਂ। ਜਿਨ ਮਾਨਸ ਤੇ